ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਸਾਡੀ ਕਲਾਸ ਦਾ ਵਿਸ਼ਾ ਸਿੰਘ ਸਭਾ ਲਹਿਰ ਨਾਲ ਰਿਲੇਟਡ, ਸਿੰਘ ਸਭਾ ਲਹਿਰ ਦੇ ਮੋਢੀ, ਸਿੰਘ ਸਭਾ ਲਹਿਰ ਦੇ ਉਸਰੀਏ, ਕੁਰਬਾਨੀ ਦੇ ਮੁਜੱਸਮੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਨਾਲ ਸੰਬੰਧ ਰੱਖਦਾ ਹੈ। ਉਹਨਾਂ ਦੀ ਜੀਵਨੀ, ਉਹਨਾਂ ਦਾ ਜੀਵਨ ਇਤਿਹਾਸ। ਤੋਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਤੇਜਿੰਦਰ ਸਿੰਘ ਜੀ ਦਿੱਲੀ ਤੋਂ, ਜੋ ਸਾਡੇ ਨਾਲ ਇਸ ਵਿਸ਼ੇ ਤੇ ਸਾਂਝ ਪਾ ਰਹੇ ਹਨ, ਕਿ ਅੱਜ ਦਾ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਜੀਵਨ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਦੇਣ, ਜੋ ਸਿੰਘ ਸਭਾ ਲਹਿਰ ਦੇ ਮੋਢੀ ਤੇ ਉਸਰੀਆਂ ਦੇ ਵਿੱਚੋਂ ਹਨ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਨੂੰ ਕੌਮੀ ਜਾਗਰਤੀ ਦੀ ਲਹਿਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੂੰ ਜਨਮ ਵੀ ਦਿੱਤਾ, ਪਾਲਿਆ ਵੀ, ਵੱਡਾ ਵੀ ਕੀਤਾ ਤੇ ਆਪਣੀ ਜ਼ਿੰਦਗੀ ਲੇਖੇ ਲਾਈ। ਅਸੀਂ ਉਹਨਾਂ ਦੀ ਜੀਵਨੀ ਅੱਜ ਵੀਰ ਤੇਜਿੰਦਰ ਸਿੰਘ ਜੀ ਪਾਸੋਂ ਸੁਣ ਰਹੇ ਹਾਂ। ਜੀ ਵੀਰ ਤੇਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਆਓ ਅੱਜ ਅਸੀਂ ਸਿੰਘ ਸਭਾ ਦੇ ਉਹਨਾਂ ਮਹਾਨ ਵਿਦਵਾਨਾਂ ਦੀ ਗੱਲ ਕਰੀਏ, ਜਿਨ੍ਹਾਂ ਸਦਕਾ ਕੌਮ ਜਿਹੜੀ ਹੈ ਉਹ ਆਰਗਨਾਈਜ਼ ਹੋ ਸਕੀ, ਔਰ ਉਹਨਾਂ ਦੇ ਇਸ ਉਪਕਾਰ ਸਦਕਾ ਜੋ ਅਸੀਂ ਅੱਜ ਰਿਜ਼ਲਟ ਦੇਖ ਰਹੇ ਹਾਂ, ਤੇ ਉਹ ਰਿਜ਼ਲਟ ਸਾਡੇ ਸਾਹਮਣੇ ਹਨ। ਔਰ ਉਹਨਾਂ ਦੇ ਵਿੱਚ ਜੋ ਸਿਰ ਕੱਢਦੇ ਜੋ ਤਿੰਨ ਵੀਰ ਹਨ, ਜਿਨ੍ਹਾਂ ਦੀ ਗੱਲ ਅਸੀਂ ਅੱਜ ਆਪ ਜੀ ਦੇ ਨਾਲ ਕਰ ਰਹੇ ਹਾਂ, ਉਹਨਾਂ ਵਿੱਚੋਂ ਇੱਕ ਦੀ ਪ੍ਰੋਫੈਸਰ ਗੁਰਮੁਖ ਸਿੰਘ ਜੀ, ਉਹਨਾਂ ਦੇ ਬਾਰੇ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵਿਚਾਰ, ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਸਿੰਘ ਸਭਾ ਦੀ ਸਥਾਪਨਾ ਕੀਤੀ, ਔਰ ਕਿਵੇਂ ਉਹਨਾਂ ਨੇ ਵਿਦਵਤਾ ਹਾਸਲ ਕਰਕੇ ਜੋ ਹੈ ਉਹ ਕੌਮ ਦੀ ਜਿਹੜੀ ਹੈ ਅਗਵਾਈ ਕੀਤੀ। ਤੋ ਇਹ ਸਾਨੂੰ ਜਿਹੜੀ ਸਮਝ ਹੈ ਉਹ ਆਵੇਗੀ ਕਿ ਪ੍ਰੋਫੈਸਰ ਗੁਰਮੁਖ ਸਿੰਘ ਜੀ, ਜਿਨ੍ਹਾਂ ਬਾਰੇ ਅਸੀਂ ਵਿਚਾਰ ਕਰਨੀ ਹੈ, ਔਰ ਜਵਾਹਰ ਸਿੰਘ ਜੀ ਔਰ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਜੀ, ਇਹਨਾਂ ਦੇ ਬਾਰੇ ਅਸੀਂ ਅੱਜ ਆਪ ਜੀ ਦੇ ਨਾਲ ਵਿਚਾਰ ਕਰਨੀ ਹੈ। ਪ੍ਰੋਫੈਸਰ ਗੁਰਮੁਖ ਸਿੰਘ, ਤੋ ਪ੍ਰੋਫੈਸਰ ਗੁਰਮੁਖ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ 15 ਅਪ੍ਰੈਲ ਸਨ 1849 ਨੂੰ ਸਰਦਾਰ ਵਸਾਵਾ ਸਿੰਘ ਜੀ ਦੇ ਘਰ ਕਪੂਰਥਲਾ ਵਿਖੇ ਹੋਇਆ। ਕਪੂਰਥਲੇ ਦੇ ਕੰਵਰ ਬਿਕਰਮ ਸਿੰਘ ਜੀ ਦਾ ਗੁਰਮੁਖ ਸਿੰਘ ਗੁਰਾਂ ਜੀ ਦੇ ਪਿਤਾ ਜੀ ਦੇ ਨਾਲ ਬਾਲਪਨ ਤੋਂ ਹੀ ਕਾਫੀ ਸਨੇਹ ਸੀ, ਜਿਸ ਸਦਕਾ ਗੁਰਮੁਖ ਸਿੰਘ ਜੀ ਦੀ ਜੋ ਪਾਲਣ ਪੋਸ਼ਣ ਹੈ, ਪਰਵਰਿਸ਼ ਹੈ, ਉਹ ਕੰਵਰ ਬਿਕਰਮ ਸਿੰਘ ਜੀ ਦੀ ਨਿਗਰਾਨੀ ਹੇਠ ਹੋਈ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਸਰਦਾਰ ਵਸਾਵਾ ਸਿੰਘ ਕੰਵਰ ਬਿਕਰਮ ਸਿੰਘ ਜੀ ਦੇ ਸੇਵਾਦਾਰ ਵਜੋਂ ਨਿਯੁਕਤ ਹੋਏ ਸਨ। ਸਰਦਾਰ ਵਸਾਵਾ ਸਿੰਘ ਜੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਪਿਤਾ ਜੀ ਸਨ, ਤੇ ਉਹ ਕੰਵਰ ਬਿਕਰਮ ਸਿੰਘ ਜੀ ਦੇ ਸੇਵਾਦਾਰ ਵਜੋਂ ਨਿਯੁਕਤੀ ਸੀ ਉਹਨਾਂ ਦੀ। ਕੰਵਰ ਬਿਕਰਮ ਸਿੰਘ ਜੀ ਨੇ ਹੀ ਗੁਰਮੁਖ ਸਿੰਘ ਨੂੰ ਬਚਪਨ ਵਿੱਚ ਪਹਿਲਾਂ ਸੰਪਰਦਾਇਕ ਵਿਦਵਾਨਾਂ ਪਾਸੋਂ ਧਾਰਮਿਕ ਅਤੇ ਦਾਰਸ਼ਨਿਕ ਵਿਦਿਆ ਦਿਵਾਈ, ਫਿਰ ਸੰਸਾਰਕ ਪੜ੍ਹਾਈ ਲਿਖਾਈ ਲਈ ਸਕੂਲ ਵਿੱਚ ਦਾਖਲ ਕਰਾਇਆ।
ਮੈਟ੍ਰਿਕ ਤੱਕ ਦੀ ਪੜ੍ਹਾਈ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਕਪੂਰਥਲੇ ਕੀਤੀ। ਮੈਟ੍ਰਿਕ ਪਾਸ ਕਰਨ ਤੋਂ ਬਾਅਦ ਆਪ ਜੀ ਨੂੰ ਕੰਵਰ ਬਿਕਰਮ ਸਿੰਘ ਜੀ ਨੇ ਉਚੇਚੀ ਪੜ੍ਹਾਈ ਲਈ ਹਾਇਰ ਐਜੂਕੇਸ਼ਨ ਲਈ ਗਵਰਨਮੈਂਟ ਕਾਲਜ ਲਾਹੌਰ ਵਿਖੇ ਦਾਖਲ ਕਰਵਾਇਆ। ਗਵਰਨਮੈਂਟ ਕਾਲਜ ਲਾਹੌਰ ਤੋਂ ਆਪ ਜੀ ਨੇ BA ਦੀ ਡਿਗਰੀ ਹਾਸਲ ਕੀਤੀ। ਓਰੀਐਂਟਲ ਕਾਲਜ ਲਾਹੌਰ ਵਿਖੇ ਹੀ 1877 ਈਸਵੀ ਨੂੰ ਗੁਰਮੁਖ ਸਿੰਘ ਜੀ ਦੀ ਨਿਯੁਕਤੀ ਹਿੰਦੀ ਵਿਭਾਗ ਵਿੱਚ ਸੈਕੰਡ ਟੀਚਰ ਵਜੋਂ ਹੋਈ। ਇਸੇ ਕਾਲਜ ਵਿਖੇ ਹਿੰਦੀ ਵਿਭਾਗ ਵਿੱਚ ਹੀ ਆਪ ਜੀ ਦੀ ਪਦ ਉੱਨਤੀ ਪ੍ਰਮੋਸ਼ਨ ਕਰਦਿਆਂ 1881 ਈਸਵੀ ਵਿੱਚ ਆਪ ਜੀ ਨੂੰ ਅਸਿਸਟੈਂਟ ਪ੍ਰੋਫੈਸਰ ਅਤੇ 1887 ਵਿੱਚ ਅਲੈਗਜ਼ੈਂਡਰਾ ਰੀਡਰ ਵਜੋਂ ਨਿਯੁਕਤੀ ਕੀਤੀ। ਅਸਿਸਟੈਂਟ ਪ੍ਰੋਫੈਸਰ ਬਣਨ ਤੋਂ ਬਾਅਦ ਹੀ ਆਪ ਜੀ ਦੇ ਨਾਮ ਨਾਲ ਪ੍ਰੋਫੈਸਰ ਸ਼ਬਦ ਜੁੜ ਗਿਆ। ਆਓ ਅਸੀਂ ਇਸ ਮੁੱਢਲੀ ਜਾਣਕਾਰੀ ਤੋਂ ਬਾਅਦ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਸਮੇਂ ਗੁਰਦੁਆਰਿਆਂ ਦੀ ਕੀ ਹਾਲਾਤ ਸੀ ਉਸ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ। ਗਵਰਨਮੈਂਟ ਕਾਲਜ ਲਾਹੌਰ ਦੇ ਪ੍ਰੋਫੈਸਰ ਮਿਸਟਰ JC ਊਮਨ ਨੇ ਦਰਬਾਰ ਸਾਹਿਬ ਦੀ ਯਾਤਰਾ ਕਰਨ ਪਿੱਛੋਂ ਜੋ ਅੱਖੀਂ ਦੇਖੇ ਹਾਲਾਤ ਕਲਮਬੰਦ ਕੀਤੇ ਹਨ ਉਹ ਇਸ ਪ੍ਰਕਾਰ ਹਨ। ਮੈਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਅੱਜ ਕਲਾਸ ਅਟੈਂਡ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੋ ਮੈਂ ਵਿਚਾਰ ਆਪ ਜੀ ਦੇ ਨਾਲ ਹੁਣ ਸਾਂਝੇ ਕਰ ਰਿਹਾ ਹਾਂ ਉਸ ਨੂੰ ਬੜੇ ਗੌਰ ਨਾਲ ਆਪ ਜੀ ਨੇ ਸਰਵਣ ਕਰਨਾ ਹੈ। ਔਰ ਇਹ ਸਾਡੀ ਉਸ ਵਕਤ ਦੀ ਹਾਲਾਤ ਜਿਹੜੀ ਹੈ ਉਹ ਸਾਨੂੰ ਦੱਸਦੇ ਹਨ। ਪਹਿਲਾ ਪੁਆਇੰਟ ਦੱਸਦੇ ਹਨ ਕਿ ਦਰਬਾਰ ਸਾਹਿਬ ਵਿੱਚ ਬ੍ਰਾਹਮਣ ਹਿੰਦੂ ਸ਼ਾਸਤਰਾਂ ਵਿੱਚੋਂ ਕਥਾ ਕਰਕੇ ਸੁਣਾ ਰਹੇ ਸਨ, ਜੋ ਕਿ ਗਵਰਨਮੈਂਟ ਕਾਲਜ ਦੇ ਪ੍ਰੋਫੈਸਰ ਮਿਸਟਰ JC ਊਮਨ ਨੇ ਦਰਬਾਰ ਸਾਹਿਬ ਦੀ ਯਾਤਰਾ ਕਰਨ ਦੇ ਪਿੱਛੋਂ ਨੋਟ ਕੀਤੇ। ਦੂਸਰਾ ਪੁਆਇੰਟ, ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਆਲੇ ਦੁਆਲੇ ਭੈੜੇ ਆਚਰਨ ਵਾਲੇ ਬੈਡ ਕਰੈਕਟਰ ਮਰਦ ਅਤੇ ਇਸਤਰੀਆਂ ਰਹਿੰਦੇ ਸਨ, ਜਿਹੜੇ ਧਰਮ ਦੀ ਓਟ ਲੈ ਕੇ ਦੁਰਾਚਾਰੀ ਦੇ ਸੌਦੇ ਕਰਦੇ ਸਨ ਤੇ ਗੁਰਦੁਆਰੇ ਦੇ ਪੁਜਾਰੀਆਂ ਵੱਲੋਂ ਉਹਨਾਂ ਨੂੰ ਹਰ ਪ੍ਰਕਾਰ ਦਾ ਸਮਰਥਨ ਪ੍ਰਾਪਤ ਸੀਗਾ। ਇਟਸ ਅ ਵੈਰੀ ਸੀਰੀਅਸ ਮੈਟਰ ਕਿ ਜਿਹੜੇ ਬੈਡ ਕਰੈਕਟਰ ਸੀਗੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਜਿਹੜੇ ਪ੍ਰਬੰਧਕ ਸਨ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦਿੰਦੇ ਸਨ ਔਰ ਉਹਨੂੰ ਪੂਰਾ ਸਪੋਰਟ ਕਰਦੇ ਸਨ। ਨੈਕਸਟ ਪੁਆਇੰਟ, ਪ੍ਰਕਰਮਾ ਦੀ ਉੱਤਰੀ ਬਾਹੀ ਵੱਲ ਦੀ ਲੰਘਦਿਆਂ ਮਿਸਟਰ ਓਮਨ ਨੇ ਦੇਖਿਆ ਕਿ ਇੱਕ ਬ੍ਰਾਹਮਣ ਗਣੇਸ਼ ਤੇ ਕ੍ਰਿਸ਼ਨ ਦੀਆਂ ਛੋਟੀਆਂ ਮੂਰਤੀਆਂ ਦੀ ਪੂਜਾ ਕਰ ਰਿਹਾ ਹੈ ਤੇ ਦੂਸਰਾ ਬ੍ਰਾਹਮਣ ਸੂਰਜ ਵੱਲ ਮੂੰਹ ਕਰਕੇ ਪੂਜਾ ਵਿੱਚ ਰੁੱਝਾ ਹੈ। ਫਿਰ ਲਿਖਦੇ ਹਨ ਅੱਗੇ ਕਿ ਪ੍ਰਕਰਮਾ ਦੀ ਉੱਤਰ ਪੂਰਬੀ ਨੁੱਕਰ ਦੇ ਸਰੋਵਰ ਦੇ ਕੰਢੇ ਸ਼ਿਵਜੀ ਦਾ ਇੱਕ ਮੰਦਿਰ ਸੀ, ਜਿੱਥੇ ਸ਼ਿਵਲਿੰਗ ਦੀ ਪੂਜਾ ਹੋ ਰਹੀ ਸੀ। ਇਹ ਸ਼ਿਵਲਿੰਗ 4 ਇੰਚ ਉੱਚਾ ਤੇ ਸੰਗਮਰਮਰ ਦੇ ਥੜੇ ਤੇ ਟਿਕਾਇਆ ਹੋਇਆ ਸੀ। ਅਗਲਾ ਪੁਆਇੰਟ ਲਿਖਦੇ ਹਨ ਕਿ ਜਿੱਥੇ ਅੱਜ ਕੱਲ ਦੁਖਭੰਜਨੀ ਬੇਰੀ ਹੈ ਉਸ ਦੇ ਨੇੜੇ ਇੱਕ ਈਸਾਈ ਪ੍ਰਚਾਰਕ ਬਾਈਬਲ ਵਿੱਚੋਂ ਉਦਾਹਰਨ ਦੇ ਕੇ ਜੀਵਨ ਦਾ ਉਦੇਸ਼ ਲੰਘ ਰਹੇ ਯਾਤਰੂਆਂ ਨੂੰ ਸਮਝਾ ਰਿਹਾ ਸੀ। ਉੱਥੇ ਜਿੱਥੇ ਬ੍ਰਾਹਮਣ ਐਕਟਿਵ ਸਨ, ਜਿੱਥੇ ਸਨਾਤਨੀ ਐਕਟਿਵ ਸਨ, ਉੱਥੇ ਹੀ ਈਸਾਈ ਪ੍ਰਚਾਰਕ ਵੀ ਆਪਣੀ ਬਾਈਬਲ ਕੱਛੇ ਮਾਰ ਕੇ ਉਸ ਨੂੰ ਪੜ੍ਹ ਕੇ ਉਸ ਤੋਂ ਬਾਅਦ ਉਹ ਸੰਗਤਾਂ ਨੂੰ ਸਮਝਾ ਰਹੇ ਸਨ ਕਿ ਜੀਵਨ ਦਾ ਉਦੇਸ਼ ਕੀ ਹੈ। ਜਦ ਕਿ ਸਿੱਖ ਵਾਸਤੇ ਜੋ ਜੀਵਨ ਉਦੇਸ਼ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਬਖੂਬੀ ਬੜੇ ਵਿਸਤਾਰ ਨਾਲ ਸਮਝਾਇਆ ਗਿਆ ਹੈ। ਪ੍ਰਕਰਮਾਂ ਵਿੱਚ ਜਰਾ ਅੱਗੇ ਲੰਘੇ ਤਾਂ ਇੱਕ ਛੋਟੇ ਜਿਹੇ ਮੰਦਿਰ 'ਚ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਅੱਜ ਇਹ ਬੜੇ ਸਵਾਲ ਪੈਦਾ ਹੁੰਦੇ ਨੇ ਕਿ ਕਈ ਜਿਹੜੇ ਮੰਦਿਰ ਹਨ ਉਹਨਾਂ ਦੇ ਅੰਦਰ ਜਿੱਥੇ ਭਗਤਾਂ ਦੀ ਮੂਰਤੀ ਰੱਖੀ ਹੈ ਉਹਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੈ। ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ ਕਿ ਪਟੇਲ ਨਗਰ ਦੇ ਵਿੱਚ ਜਦੋਂ ਅਸੀਂ ਨਿਵਾਸ ਕਰਦੇ ਸਾਂ ਤਾਂ ਉੱਥੇ ਸੀ ਬਲਾਕ ਦੇ ਗੁਰਦੁਆਰੇ ਦੇ ਅੰਦਰ ਅਸੀਂ ਦਫ਼ਤਰ ਜਾਣ ਲੱਗਿਆ, ਕਦੀ ਜੇ ਪਹਿਲਾਂ ਗੁਰਦੁਆਰੇ ਨਹੀਂ ਗਏ ਤਾਂ ਉੱਥੇ ਮੱਥਾ ਟੇਕਣ ਵਾਸਤੇ ਜਾਂਦੇ ਸਾਂ।
ਅੰਦਰ ਜਾਂਦਿਆਂ ਕੀ ਦੇਖਦੇ ਹਾਂ ਕਿ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉੱਥੇ ਨਾਲ ਹੀ ਦੇਵੀ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇੱਕ ਗਲਾਸ ਰੱਖਿਆ ਹੋਇਆ ਜਿਹਦੇ ਅੰਦਰ ਜਲ ਹੈ ਤੇ ਉਹ ਜਿਹੜੇ ਵੀ ਅੰਦਰ ਜਾਂਦੇ ਹਨ ਉਹਨਾਂ ਨੂੰ ਉਹ ਜਿਹੜੇ ਉੱਥੇ ਸੇਵਾਦਾਰ ਹਨ ਉਹ ਉਸ ਨੂੰ ਦਿੰਦੇ ਹਨ। ਤੋ ਇਹ ਗੁਰਦੁਆਰੇ ਦੀ ਸ਼ਕਲ ਦੇ ਅੰਦਰ ਹੈ ਮਿਲਗੋਬਾ ਜਿਹੜਾ ਪੂਜਾ ਦਾ ਪ੍ਰੋਗਰਾਮ ਜਿਹੜਾ ਹੈ ਉਹ ਮੈਂ ਦਾਸ ਨੇ ਆਪਣੇ ਅੱਖੀ ਵੇਖਿਆ ਹੈ। ਔਰ ਇਹ ਮਿਸਟਰ ਓਮਨ ਜਿਹੜੇ ਹੈ ਉਹ ਸਾਨੂੰ ਸਮਝਾ ਰਹੇ ਹਨ ਕਿ ਇੱਕ ਛੋਟੇ ਜਿਹੇ ਮੰਦਿਰ ਦੇ ਵਿੱਚ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਅੱਗੇ ਉਹਨਾਂ ਨੇ ਲਿਖਿਆ ਹੈ ਕਿ ਇੱਕ ਬ੍ਰਾਹਮਣ ਸਾਲਗਰਾਮ ਸਾਹਮਣੇ ਪੂਜ ਕਰ ਰਿਹਾ ਸੀ ਤੇ ਉਸਦੇ ਹੱਥ ਵਿੱਚ ਬਦਰੀ ਨਾਰਾਇਣ ਦੇ ਮੰਦਿਰ ਦੀ ਫੋਟੋ ਚੁੱਕੀ ਹੋਈ ਸੀ। ਇੱਕ ਬ੍ਰਾਹਮਣ ਹੋਰ ਸਾਲਗਰਾਮ ਨੂੰ ਤੁਲਸੀ ਨਾਲ ਸ਼ਿੰਗਾਰ ਰਿਹਾ ਸੀ। ਉਸ ਸਮੇਂ ਸਿੱਖ ਧਾਰਮਿਕ ਸਥਾਨਾਂ ਦੀ ਤਰਾਸਦੀ ਅਤੇ ਵਾਸਤਵਿਕਤਾ ਦਾ ਬਿਆਨ ਭਾਈ ਨਾਹਰ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚ ਕਿਉਂ ਕੀਤਾ ਹੈ, ਆਪ ਸਰਵਣ ਕਰੋ। ਆਈ ਕੋਟ, ਬੇਦੀਆਂ ਸੋਢੀਆਂ ਗੁਰ ਕਿਆਂ ਸਾਹਿਬਜ਼ਾਦਿਆਂ ਸਥਾਨਕ ਗੁਰੂਆਂ ਸਾਧੂਆਂ ਦੀ ਜਮਾਤਾਂ ਨੇ ਸਿੱਖ ਪੰਥ ਨੂੰ ਲੁੱਟ ਖਾਧਾ। ਇਹ ਸਭ ਆਪਣੇ ਇਲਾਕਿਆਂ ਵਿੱਚ ਗੁਰੂ ਬਣ ਬੈਠੇ। ਬੇਦੀ ਸੋਢੀ ਔਰ ਜੋ ਗੁਰੂ ਕੇ ਜੋ ਸਾਹਿਬਜ਼ਾਦੇ ਆਪਣੇ ਆਪ ਨੂੰ ਕਹਾਉਂਦੇ ਸਨ ਔਰ ਜਿਹੜੇ ਲੋਕਲ ਜਿਹੜੇ ਆਪਣੇ ਆਪ ਨੂੰ ਗੁਰੂ ਕਹਿੰਦੇ ਸਨ ਸਾਧੂ ਸੰਤ, ਉਹਨਾਂ ਦੀਆਂ ਜਮਾਤਾਂ ਨੇ ਕਲੈਕਟਿਵਲੀ ਸਿੱਖ ਪੰਥ ਨੂੰ ਲੁੱਟ ਕੇ ਖਾਧਾ। ਇਹ ਸਭ ਆਪਣੇ ਇਲਾਕਿਆਂ ਵਿੱਚ ਗੁਰੂ ਬਣ ਬੈਠੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੀ ਗਦੀਆਂ ਲਾ ਕੇ ਬੈਠਦੇ ਸਿੱਖਾਂ ਤੋਂ ਆਪਣੇ ਪੈਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਪੁਜਵਾਉਂਦੇ ਅਤੇ ਪੂਜਾ ਦਾ ਧਨ ਆਪ ਹੀ ਹਜਮ ਕਰ ਜਾਂਦੇ। ਕਿ ਰੱਖੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਨ ਲੇਕਿਨ ਉਸਦੇ ਬਰਾਬਰ ਆਪ ਗਦੀਆਂ ਲਾ ਕੇ ਬੈਠਦੇ ਤੇ ਆਪਣੀ ਪੂਜਾ ਕਰਵਾਉਂਦੇ। ਤੇ ਜੋ ਲੋਕ ਉੱਥੇ ਪੂਜਾ ਆਪਣਾ ਜਿਹੜੀ ਡੋਨੇਸ਼ਨ ਦੇਣ ਆਉਂਦੇ, ਆਪਣੀ ਦਸਵੰਧ ਦੇਣ ਆਉਂਦੇ, ਉਸ ਨੂੰ ਆਪ ਹੀ ਆਪਣੇ ਭਲੇ ਵਾਸਤੇ, ਆਪਣੇ ਖਰਚੇ ਵਾਸਤੇ ਆਪ ਹੀ ਉਸ ਨੂੰ ਹਜਮ ਕਰ ਜਾਂਦੇ। ਧਾਮਾਂ ਬੁੰਗਿਆਂ ਡੇਰਿਆਂ ਨੂੰ ਮਹੰਤ ਜਾਂ ਨਾਜ਼ਮ ਆਪਣੀ ਜੱਦੀ ਜਾਇਦਾਦ ਸਮਝਣ ਲੱਗੇ ਹਨ। ਸਾਧ ਸੰਗਤ ਜੀ, ਮੈਂ ਇੱਥੇ ਇੱਕ ਆਪ ਜੀ ਨਾਲ ਕਮੈਂਟ ਸ਼ੇਅਰ ਕਰਨਾ ਚਾਹਨਾ ਕਿ ਇਹ ਤਾਂ ਉਸ ਵੇਲੇ ਦੀ ਗੱਲ ਹੈ ਕਿ ਜਿਸ ਵੇਲੇ ਹਾਲੀ ਸਿੰਘ ਸਭਾ ਮੂਵਮੈਂਟ ਜਿਹੜੀ ਹੈ ਹਾਲੀ ਸ਼ੁਰੂ ਨਹੀਂ ਹੋਈ ਹੈ। ਗੁਰਦੁਆਰਿਆਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਆਇਆ। ਪਰ ਅੱਜ ਦੇ ਹਾਲਾਤ ਅਸੀਂ ਦੇਖੀਏ ਕਿ ਜਿਹੜੇ ਵੀ ਲੋਕਲ ਗੁਰਦੁਆਰੇ ਹਨ, ਜਿਹੜੇ ਉਹਨਾਂ ਦੇ ਪ੍ਰਬੰਧਕ ਹਨ, ਸਾਰੇ ਤਾਂ ਨਹੀਂ, ਕਈ ਚੰਗੇ ਵੀ ਹਨ ਜਿਹੜੇ ਅੱਛਾ ਪ੍ਰਬੰਧ ਕਰ ਰਹੇ ਹਨ, ਲੇਕਿਨ ਉਹਨਾਂ ਨੂੰ ਦੇਖਿਆ ਜਾਂਦਾ ਹੈ ਕਿ ਜਿੰਨਾ ਜ਼ੋਰ ਉਹ ਇਲੈਕਸ਼ਨਾਂ ਵਿੱਚ ਲਗਾਉਂਦੇ ਹਨ ਉਸ ਦਾ ਇਹੀ ਕਾਰਨ ਹੈ ਕਿ ਉਹ ਆਪਣੇ ਗੁਰਦੁਆਰੇ ਨੂੰ ਆਪਣੀ ਜਾਇਦਾਦ ਸਮਝਦੇ ਹਨ ਔਰ ਉਹ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ। ਉਹਨਾਂ ਨੂੰ ਜਿੰਨੀ ਮਰਜ਼ੀ ਅਸੀਂ ਸਮਝਾ ਲਈਏ, ਕੋਈ ਅੱਛੀ ਸੁਜੈਸ਼ਨ ਦਈਏ, ਲੇਕਿਨ ਉਹ ਆਪਸ ਵਿੱਚ ਹੀ ਉਹਨੂੰ ਸਰਕੂਲੇਟ ਕਰਦੇ ਹਨ ਕਿ ਕੋਈ ਅੱਜ ਪ੍ਰਧਾਨ ਹੈ ਤੇ ਅਗਲੇ ਇਲੈਕਸ਼ਨ ਵਿੱਚ ਉਸ ਨੂੰ ਸੈਕਟਰੀ ਬਣਾਤਾ, ਤੇ ਕੋਈ ਜਿਹੜਾ ਸੈਕਟਰੀ ਹੈ ਉਸ ਨੂੰ ਕੈਸ਼ੀਅਰ ਬਣਾਤਾ, ਕਿਸੇ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਤਾ। ਤਾਂ ਇਸ ਤਰ੍ਹਾਂ ਇਹ ਜਿਹੜੀ ਸਰਕੂਲੇਸ਼ਨ ਹੈ ਇਹ ਹੁੰਦੀ ਰਹਿੰਦੀ ਹੈ। ਉਸ ਸਮੇਂ ਦੇ ਵਿੱਚ ਵੀ ਇਹ ਸੀਗਾ ਔਰ ਅੱਜ ਤੱਕ ਵੀ ਉਸ ਸਿਸਟਮ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਹੈ, ਜਿਸ ਦੀ ਸਾਨੂੰ ਬੜੇ ਸਮਝਣ ਦੀ ਲੋੜ ਹੈ ਔਰ ਉਸ ਪਾਸੇ ਕੁਝ ਕਰਨ ਦੀ ਲੋੜ ਹੈ। ਕੁਰੀਤੀਆਂ ਪ੍ਰਚਲਿਤ ਹੋ ਗਈਆਂ ਅਤੇ ਸਿੱਖ ਵਿਚਾਰੇ ਅੰਧਕੂਪ ਵਿੱਚ ਰਾਹ ਭਾਲਣ ਲਈ ਟੱਕਰਾਂ ਮਾਰਦੇ ਫਿਰਨ ਲੱਗੇ। ਤਾਂ ਉਹੀ ਪੋਜੀਸ਼ਨ ਹੁਣ ਵੀ ਹੈ ਕਿ ਹੁਣ ਵੀ ਜਿਹੜੇ ਅੱਛੇ ਲੋਕ ਹਨ, ਜਿਹੜੇ ਵਿਚਾਰਕ ਲੋਕ ਹਨ, ਉਹ ਸੋਚਦੇ ਹਨ ਕਿ ਇਸ ਨੂੰ ਆਪਾਂ ਕਿਵੇਂ ਜਿਹੜੇ ਹੁਣ ਦੇ ਜਿਹੜੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਮਹੰਤ ਨੇ, ਜਿਨ੍ਹਾਂ ਨੇ ਕੰਟਰੋਲ ਕੀਤੇ ਹੋਏ ਹਨ, ਉਹਨਾਂ ਤੋਂ ਕਿਵੇਂ ਅਸੀਂ ਜੋ ਨਿਰੋਲ ਗੁਰਮਤਿ ਦਾ ਪ੍ਰਚਾਰ ਗੁਰਦੁਆਰਿਆਂ ਵਿੱਚੋਂ ਕਰਵਾ ਸਕੀਏ। ਗੁਰਦੁਆਰਿਆਂ ਵਿੱਚ ਰਾਮ ਕ੍ਰਿਸ਼ਨ ਦੀਆਂ ਮੂਰਤੀਆਂ ਰੱਖਣੀਆਂ, ਪੁਰਾਣਾਂ ਦੀਆਂ ਕਥਾ ਕਹਾਣੀਆਂ ਦੀ ਚਰਚਾ ਕਰਨੀ ਤੇ ਸਾਰੇ ਹਿੰਦੂ ਤਿਉਹਾਰ ਮਨਾਉਣੇ। ਗੁਰੂ ਗ੍ਰੰਥ ਸਾਹਿਬ ਨੂੰ ਵੀ ਪੱਥਰ ਦੀਆਂ ਮੂਰਤੀਆਂ ਵਾਂਗ ਮੱਥਾ ਟੇਕ ਛੱਡਣਾ। ਸਿੱਖ ਗੁਰੂਆਂ ਨੂੰ ਵੀ ਹਿੰਦੁਸਤਾਨ ਦੇ 33 ਕਰੋੜ ਦੇਵਤਿਆਂ ਵਿੱਚ ਸ਼ਾਮਲ ਕਰਨਾ। ਸਿੱਖਾਂ ਦੇ ਵਿਆਹ, ਮਰਨ ਆਦਿ ਦੇ ਸੰਸਕਾਰ ਵੀ ਹਿੰਦੂ ਰੀਤੀ ਅਨੁਸਾਰ ਕਰਾ ਦਿੱਤੇ ਜਾਂਦੇ ਸਨ। ਅਨਕੋਟ। ਐਸੇ ਹਾਲਤ ਪੈਦਾ ਹੋ ਚੁੱਕੇ ਸਨ ਕਿ ਸਮੁੱਚੀ ਸਿੱਖ ਕੌਮ ਦੀ ਹੋਂਦ ਖਤਰੇ ਵਿੱਚ ਪਈ ਦਿਖਾਈ ਦਿੰਦੀ ਸੀ।
ਪੂਰਨ ਸਰੂਪ ਸਿੱਖੀ ਵਾਲਾ ਦਿਖਾਈ ਦਿੰਦਾ ਸੀ, ਪਰ ਜਨਮ ਤੋਂ ਲੈ ਕੇ ਮਰਨ ਤੱਕ ਦੇ ਸੰਸਕਾਰ ਸਵੇਰ ਸ਼ਾਮ ਦੇ ਪੂਜਾ ਪਾਠ ਬ੍ਰਾਹਮਣੀ ਰੰਗਤ ਵਿੱਚ ਹੀ ਰੰਗ ਚੁੱਕੇ ਸਨ। ਤਾਂ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਬੈਕਵਰਡ ਏਰੀਆ ਹਨ, ਜਿੱਥੇ ਕਿ ਕੋਈ ਪ੍ਰਚਾਰ ਨਹੀਂ ਪਹੁੰਚਿਆ, ਉੱਥੇ ਦੇ ਲੋਕ ਜਿਹੜੇ ਅਨਪੜ੍ਹ ਹਨ ਉਹ ਹਾਲੀ ਵੀ ਆਪਣੇ ਜਿਹੜੀ ਕੰਮ ਕਾਜ ਹਨ, ਕਿਸੇ ਦੀ ਆਪਣੇ ਬੱਚੇ ਦਾ ਵਿਆਹ ਕਰਨਾ ਹੋਵੇ ਤੇ ਉਹ ਪੰਡਤ ਕੋਲੋਂ ਜਾ ਕਰਕੇ ਪੱਤਰੀ ਵਾਚਦੇ ਹਨ, ਉੱਥੇ ਉਹਨਾਂ ਕੋਲੋਂ ਟੇਵੇ ਬਣਵਾਉਂਦੇ ਹਨ ਜਨਮ ਵੇਲੇ, ਤੇ ਫਿਰ ਉਹਨਾਂ ਦੇ ਕੋਲੋਂ ਜਿਹੜੇ ਸਿਤਾਰੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਆਪਸ ਵਿੱਚ ਮੇਲ ਕਰਵਾਉਂਦੇ ਹਨ ਕਿ ਇਹ ਜਿਹੜਾ ਵਿਆਹ ਹੈ ਇਹ ਸਫਲ ਹੋਏਗਾ ਜਾਂ ਨਹੀਂ ਹੋਏਗਾ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਸ ਵਕਤ ਦੇ ਸਿੱਖ ਨੂੰ ਜੇਕਰ ਬ੍ਰਾਹਮਣੀ ਸਿੱਖ ਆਖਿਆ ਜਾਏ ਤਾਂ ਅਤਕਥਨੀ ਨਹੀਂ ਹੋਵੇਗੀ। ਸਿੰਘ ਸਭਾ ਲਹਿਰ ਦਾ ਆਰੰਭ, ਇਸ ਦੇ ਬਾਰੇ ਮੈਂ ਆਪ ਜੀ ਨਾਲ ਹੁਣ ਵਿਚਾਰ ਆਰੰਭ ਕਰਦਾ। ਪ੍ਰੋਫੈਸਰ ਗੁਰਮੁਖ ਸਿੰਘ ਜੀ ਚੌਂਕੀ ਬਚਪਨ ਤੋਂ ਹੀ ਕੰਵਰ ਬਿਕਰਮ ਸਿੰਘ ਜੀ ਦੀ ਸੰਗਤ ਵਿੱਚ ਉਚਰਦੇ ਆ ਰਹੇ ਸਨ, ਜਿਸ ਸਦਕਾ ਆਪ ਜੀ ਨੂੰ ਸਿੱਖ ਵਿਦਵਾਨਾਂ, ਸਿੱਖ ਚਿੰਤਕਾਂ ਦੀ ਸੰਗਤ ਵਿੱਚ ਵਿਚਰਨ ਦਾ ਸੁਭਾਗ ਪ੍ਰਾਪਤ ਜਿਹੜਾ ਉਹ ਹੁੰਦਾ ਰਿਹਾ। ਔਰ ਕੰਵਰ ਬਿਕਰਮ ਸਿੰਘ ਜੀ ਖੁਦ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਦੇ ਮੁਦਈ ਸਨ ਅਤੇ ਆਪ ਚੰਗੇ ਵਿਦਵਾਨ, ਸਿੱਖ ਚਿੰਤਕ ਅਤੇ ਸਾਹਿਤਕਾਰ ਵੀ ਸਨ। ਅਚਾਨਕ ਹੀ ਮਿਸ਼ਨ ਸਕੂਲ ਅੰਮ੍ਰਿਤਸਰ ਦੇ 4 ਸਿੱਖ ਵਿਦਿਆਰਥੀਆਂ ਵੱਲੋਂ ਈਸਾਈ ਧਰਮ ਗ੍ਰਹਿਣ ਕਰ ਲੈਣ ਦੇ ਐਲਾਨ ਨੇ ਅਜਿਹੇ ਪੰਥ ਹਿੱਤ ਲੋਕਾਂ ਦੇ ਹਿਰਦੇ ਉੱਤੇ ਗਹਿਰੀ ਚੋਟ ਲਾਈ ਅਤੇ ਉਹ ਸਿੱਖ ਪੰਥ ਨੂੰ ਇਸ ਢਹਿੰਦੀ ਕਲਾ ਵਾਲੇ ਕਾਲੇ ਦੌਰ ਵਿੱਚੋਂ ਬਾਹਰ ਕੱਢਣ ਲਈ ਆਪਣੇ ਅਵੇਸਲੇ ਪੁਣੇ ਨੂੰ ਤਿਆਗਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਸਿਧਾਂਤਾਂ ਮੁਤਾਬਕ ਤਿਆਰ ਬਰ ਤਿਆਰ ਖਾਲਸੇ ਦੇ ਰੂਪ ਵਿੱਚ ਲਿਆਉਣ ਲਈ ਯਤਨਸ਼ੀਲ ਹੋ ਗਏ। ਐਸੇ ਹੀ ਪੰਥ ਹਿੱਤ ਸਿੱਖ ਚਿੰਤਕਾਂ ਦੀ ਇੱਕ ਇਕੱਤਰਤਾ 28 ਜੁਲਾਈ 1873 ਈਸਵੀ ਨੂੰ ਅੰਮ੍ਰਿਤਸਰ ਵਿਖੇ ਮਜੀਠੀਆ ਦੇ ਬੁੰਗੇ ਵਿਖੇ ਹੋਈ। ਬੁੰਗਿਆਂ ਦੇ ਬਾਰੇ ਆਪ ਜੀ ਨਾਲ ਪਹਿਲਾਂ ਵਿਚਾਰ ਸਾਂਝੇ ਕਰ ਚੁੱਕੇ ਹਨ ਕਿ ਇਹ ਰਿਹਾਇਸ਼ ਦੇ ਸਥਾਨ ਦਰਬਾਰ ਸਾਹਿਬ ਦੇ ਆਲੇ ਦੁਆਲੇ ਹੁੰਦੇ ਸਨ ਔਰ ਮੇਨਲੀ ਇਹ ਬਣਾਏ ਉਸ ਦੀ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਵਿੱਚ ਸਨ ਕਿ ਤਾਂ ਕਿ ਜੋ ਦਰਬਾਰ ਸਾਹਿਬ ਹੈ ਉਹ ਸੁਰੱਖਿਅਤ ਰਹਿ ਸਕੇ। ਲੇਕਿਨ ਜਦੋਂ ਸੁਰੱਖਿਆ ਦਾ ਥੋੜਾ ਜਿਹਾ ਖਤਰਾ ਟਲ ਗਿਆ ਤਾਂ ਉੱਥੇ ਫਿਰ ਇਹ ਵਿਦਵਾਨ ਜਿਹੜੇ ਹਨ ਉਹ ਇਕੱਤਰ ਹੋਣ ਲੱਗੇ ਔਰ ਇੱਥੇ ਬੈਠ ਕਰਕੇ ਗੁਰਮਤਿ ਦੇ ਕਾਫੀ ਜਿਹੜੇ ਹਨ ਉਹ ਗ੍ਰੰਥ ਲਿਖੇ ਗਏ ਔਰ ਕਾਫੀ ਸੰਗੀਤ ਦੀਆਂ ਵੀ ਜਿਹੜੀਆਂ ਉਹ ਇੱਥੇ ਤਿਆਰੀਆਂ ਜਿਹੜੀਆਂ ਹਨ ਉਹ ਕਰਵਾਉਂਦੀਆਂ ਰਹੀਆਂ, ਟ੍ਰੇਨਿੰਗ ਦਿੱਤੀ ਜਾਂਦੀ ਰਹੀ ਹੈ। ਇਸ ਇਕੱਤਰਤਾ ਵਿੱਚ ਬਾਬਾ ਖੇਮ ਸਿੰਘ ਬੇਦੀ, ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਕੰਵਰ ਬਿਕਰਮ ਸਿੰਘ ਕਪੂਰਥਲਾ, ਭਾਈ ਗਿਆਨ ਸਿੰਘ, ਭਾਈ ਹਰਸਾ ਸਿੰਘ ਆਦਿ ਉਚੇਰੇ ਤੌਰ ਤੇ ਪਹੁੰਚੇ ਹੋਏ ਸਨ। ਇਸ ਇਕੱਤਰਤਾ ਵਿੱਚ ਸਿੰਘ ਸਭਾ ਅੰਮ੍ਰਿਤਸਰ ਨਾਮ ਦੀ ਇੱਕ ਜਥੇਬੰਦੀ ਕਾਇਮ ਕੀਤੀ ਗਈ। ਪਲੀਜ਼ ਨੋਟ ਕਰੋ ਕਿ 1873 ਦੇ ਵਿੱਚ ਸਿੰਘ ਸਭਾ ਅੰਮ੍ਰਿਤਸਰ ਦਾ ਗਠਨ ਹੋਇਆ, ਜਿਸ ਦੀ ਪ੍ਰਧਾਨਗੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਸੌਂਪੀ ਗਈ। ਕੰਵਰ ਬਿਕਰਮ ਸਿੰਘ ਕਪੂਰਥਲਾ ਦੇ ਸਹਿਯੋਗੀਆਂ ਵਿੱਚੋਂ ਹੋਣ ਸਦਕਾ ਪ੍ਰੋਫੈਸਰ ਗੁਰਮੁਖ ਸਿੰਘ ਜੀ ਵੀ ਸਿੰਘ ਸਭਾ ਦੇ ਸੇਵਾਦਾਰਾਂ ਵਿੱਚ ਸ਼ਾਮਲ ਹੋ ਗਏ। ਸਿੰਘ ਸਭਾ ਦੀ ਹਰ ਇੱਕ ਇਕੱਤਰਤਾ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਜੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਸਿੱਖ ਸਮਾਜ ਜਿਹੜਾ ਬ੍ਰਾਹਮਣੀ ਰੰਗਣ ਵਿੱਚ ਸਮੁੱਚੇ ਤੌਰ ਤੇ ਰੰਗਿਆ ਜਾ ਚੁੱਕਾ ਸੀ, ਇਸ ਮੌਜੂਦਾ ਸਥਿਤੀ ਵਿੱਚੋਂ ਬ੍ਰਾਹਮਣੀ ਰੰਗਣ ਸਿੱਖ ਸਮਾਜ ਨੂੰ ਬਾਹਰ ਕੱਢ ਕੇ ਗੁਰੂ ਨਾਨਕ ਸਾਹਿਬ ਜੀ ਦੀ ਨਿਆਰੀ ਤੇ ਨਿਰਮਲੀ ਗੁਰਮਤਿ ਸਿਧਾਂਤਾਂ ਦੀ ਰੰਗਣ ਵਿੱਚ ਰੰਗਣ ਦਾ ਟੀਚਾ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਮਿਥ ਲਿਆ। ਇਹੋ ਕਾਰਨ ਹੈ ਕਿ ਅੱਜ ਦੇ ਉਪਰਾਲਿਆਂ ਪ੍ਰਚਾਰ ਸਦਕਾ ਹੀ ਲਾਹੌਰ ਦੀ ਸਿੱਖ ਸੰਗਤ ਅੰਦਰ ਜਾਗਰਤੀ ਆਈ। ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਕਿ ਜਿਸ ਵੇਲੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਇਹ 1873 ਦੇ ਅੰਦਰ ਜਦੋਂ ਇਹ ਅੰਮ੍ਰਿਤਸਰ ਦੀ ਸਿੰਘ ਸਭਾ ਜਿਹੜੀ ਹੈ ਕਾਇਮ ਕੀਤੀ। ਤੋ ਇਹੋ ਕਾਰਨ ਹੈ ਕਿ ਇਹਨਾਂ ਦੇ ਉਪਰਾਲਿਆਂ ਪ੍ਰਚਾਰ ਸਦਕਾ ਹੀ ਲਾਹੌਰ ਦੀ ਸਿੱਖ ਸੰਗਤ ਅੰਦਰ
ਜਾਗਰਤੀ ਆਉਣੀ ਸ਼ੁਰੂ ਹੋਈ ਕਿ ਇਹ ਜੋ ਹੋ ਰਿਹਾ ਹੈ, ਜੋ ਸਿੰਘਾਂ ਦੇ ਅੰਦਰ, ਸਿੱਖਾਂ ਦੇ ਅੰਦਰ, ਸਿੱਖ ਸੰਗਤਾਂ ਦੇ ਅੰਦਰ ਵਾਪਰ ਰਿਹਾ ਹੈ, ਉਹ ਬ੍ਰਾਹਮਣੀ ਕਰਮਕਾਂਡ ਹੈ। ਔਰ ਇਸ ਤੋਂ ਕਿਸ ਤਰੀਕੇ ਨਾਲ ਨਿਜਾਤ ਦਿਵਾਈ ਜਾਏ, ਇਸ ਦੀ ਜਿਹੜੀ ਅਵੇਅਰਨੈਸ ਹੈ, ਜਾਗਰਤੀ ਜਿਹੜੀ ਹੈ, ਉਹ ਸਿੰਘ ਸਭਾ ਲਾਹੌਰ ਦੀ ਸੰਗਤ ਦੇ ਅੰਦਰ ਹੋਣੀ ਸ਼ੁਰੂ ਹੋ ਗਈ, ਜਿਸ ਦੇ ਫਲਸਰੂਪ ਲਾਹੌਰ ਦੀ ਸਿੱਖ ਸੰਗਤ ਅੰਦਰ ਛੋਟੀਆਂ ਵੱਡੀਆਂ ਇਕੱਤਰਤਾਵਾਂ ਹੋਣੀਆਂ ਸ਼ੁਰੂ ਹੋ ਗਈਆਂ। ਇਹਨਾਂ ਇਕੱਤਰਤਾਵਾਂ ਵਿੱਚ ਸਿੱਖੀ ਪ੍ਰਤੀ ਪਿਆਰ ਭਾਵਨਾ ਪੈਦਾ ਹੋਈ। ਉੱਥੇ ਨਾਲ ਹੀ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਉਦਮ ਉਪਰਾਲੇ ਵੀ ਸ਼ੁਰੂ ਹੋ ਗਏ। ਪਰ ਦੂਜੇ ਪਾਸੇ ਸਿੰਘ ਸਭਾ ਅੰਮ੍ਰਿਤਸਰ ਨਾਮ ਦੀ ਜਥੇਬੰਦੀ ਜਿਸ ਮਕਸਦ ਲਈ ਕਾਇਮ ਕੀਤੀ ਗਈ ਸੀ, ਉਹ ਆਪਣੇ ਮਕਸਦ ਵਿੱਚ ਸਫਲ ਹੁੰਦੀ ਨਹੀਂ ਸੀ ਦਿਸ ਰਹੀ। ਕਿਉਂ ਨਹੀਂ ਸੀ ਸਫਲ ਹੋ ਰਹੀ? ਜਿਸ ਦੇ ਕੁਝ ਕੁ ਕਾਰਨ ਇਹ ਹਨ। ਸਿੰਘ ਸਭਾ ਅੰਮ੍ਰਿਤਸਰ ਦੇ ਮੁੱਢਲੇ ਮੈਂਬਰਾਂ ਵਿੱਚ ਵਿਚਾਰਧਾਰਾ ਦੀ ਏਕਤਾ ਨਹੀਂ ਸੀ। ਕਿਤੇ ਵੀ ਪ੍ਰਚਾਰ ਕਰਨਾ ਹੋਵੇ, ਜੇਕਰ ਸਾਰਿਆਂ ਦੀ ਵਿਚਾਰਧਾਰਾ ਇੱਕ ਨਹੀਂ ਹੈ, ਮੰਤਵ ਇੱਕ ਨਹੀਂ ਹੈ, ਤੇ ਉਹਦੇ ਸਫਲਤਾ ਕਦੀ ਵੀ ਪ੍ਰਾਪਤ ਨਹੀਂ ਹੋ ਸਕਦੀ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਜੋ ਕਿ ਇਸ ਸਭਾ ਦੇ ਪ੍ਰਧਾਨ ਸਨ, ਸਿੰਘ ਸਭਾ ਅੰਮ੍ਰਿਤਸਰ ਦੇ, ਵਕਤ ਦੀ ਅੰਗਰੇਜ਼ੀ ਸਰਕਾਰ ਦੇ ਨਾਲ ਮੇਲ ਜੋਲ ਨਹੀਂ ਸਨ ਰੱਖਣਾ ਚਾਹੁੰਦੇ। ਇਸ ਪੁਆਇੰਟ ਨੂੰ ਨੋਟ ਕੀਤਾ ਜਾਏ ਕਿ ਜਿਹੜੇ ਪ੍ਰਧਾਨ ਸਨ ਸਿੰਘ ਸਭਾ ਅੰਮ੍ਰਿਤਸਰ ਦੇ, ਉਹ ਨਹੀਂ ਸਨ ਚਾਹੁੰਦੇ ਕਿ ਅੰਗਰੇਜ਼ੀ ਸਰਕਾਰ ਦੇ ਨਾਲ ਮੇਲ ਜੋਲ ਰੱਖਿਆ ਜਾਏ। ਜਦ ਕਿ ਸਭਾ ਦਾ ਦੂਜਾ ਮੁਖੀ ਬਾਬਾ ਖੇਮ ਸਿੰਘ ਬੇਦੀ ਅੰਗਰੇਜ਼ੀ ਸਰਕਾਰ ਦਾ ਖੈਰ ਖੁਆਹ ਸੀ ਤੇ ਉਹਨਾਂ ਦੇ ਨਾਲ ਹਰ ਕੀਮਤ ਦੇ ਉੱਪਰ ਮੇਲ ਜੋਲ ਰੱਖਣਾ ਚਾਹੁੰਦਾ ਸੀ। ਤੋ ਇਹ ਦੋਨਾਂ ਦੇ ਅੰਦਰ ਡਿਫਰੈਂਸ ਆਫ ਓਪੀਨੀਅਨ ਜਿਹੜਾ ਹੈ, ਅਪਰੋਚ ਜਿਹੜੀ ਹੈ, ਇਸ ਕਰਕੇ ਵੀ ਸਿੰਘ ਸਭਾ ਅੰਮ੍ਰਿਤਸਰ ਦੇ ਉਪਰਾਲੇ ਜਿਹੜੇ ਹਨ ਉਹ ਨਿੱਗਰ ਨਹੀਂ ਹੋ ਸਕੇ ਤੇ ਉਹਨਾਂ ਨੇ ਕੁਝ ਇਸ ਪਾਸੇ ਕੋਈ ਖਾਸ ਪ੍ਰਾਪਤੀ ਵੀ ਨਹੀਂ ਕੀਤੀ। ਪ੍ਰਚਾਰ ਨੂੰ ਉੱਥੋਂ ਤੱਕ ਸੀਮਤ ਰੱਖਣਾ ਚਾਹੁੰਦਾ ਸੀ ਬਾਬਾ ਖੇਮ ਸਿੰਘ ਜੀ ਬੇਦੀ, ਜਿੱਥੋਂ ਤੱਕ ਇਸ ਦੀ ਆਪਣੀ ਮਹੰਤ ਸ਼ਾਹੀ ਵਾਲੀ ਗੱਦੀ ਕਾਇਮ ਰਹੇ। ਉਹ ਇਹ ਨਹੀਂ ਸੀ ਚਾਹੁੰਦਾ ਕੋਈ ਐਸਾ ਪ੍ਰਚਾਰ ਕੀਤਾ ਜਾਏ ਕਿ ਜਿੱਥੇ ਉਹਨਾਂ ਦੀ ਜਿਹੜੀ ਪਰਸਨਲ ਗੱਦੀ ਹੈ, ਜਿਹਦੇ ਉੱਪਰ ਉਹ ਮਹੰਤ ਬਣ ਕੇ ਬੈਠੇ ਹੋਏ ਨੇ, ਉਹਨੂੰ ਕੋਈ ਕਿਸੇ ਤਰੀਕੇ ਦਾ ਖਤਰਾ ਜਾਂ ਚੈਲੰਜ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੁਤਬਾ ਪ੍ਰਾਪਤ ਹੁੰਦਾ ਰਹੇ। ਇਹ ਬੜੀ ਖਤਰਨਾਕ ਚੀਜ਼ ਹੈ ਕਿ ਜਿਹੜੇ ਉਸ ਵੇਲੇ ਮਹੰਤ ਖੇਮ ਸਿੰਘ ਬੇਦੀ ਸਨ, ਉਹ ਚਾਹੁੰਦੇ ਸਨ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਂਦਾ, ਉੱਥੇ ਉਹਨਾਂ ਨੂੰ ਵੀ ਸੰਗਤ ਜਿਹੜੀ ਹੈ ਉਹ ਮੱਥਾ ਟੇਕੇ। ਔਰ ਇਹ ਦਰਬਾਰ ਸਾਹਿਬ ਦੇ ਅੰਦਰ ਹੁੰਦਾ ਰਿਹਾ ਕਿ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਉੱਥੇ ਨਾਲ ਹੀ ਗਦੇਲਾ ਲਗਾ ਕੇ ਬਾਬਾ ਖੇਮ ਸਿੰਘ ਬੇਦੀ ਬੈਠਦੇ ਸਨ ਤੇ ਸੰਗਤਾਂ ਜਿਹੜੀਆਂ ਹਨ, ਜਿਵੇਂ ਪ੍ਰਕਰਮਾਂ ਦੇ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤਾਂ ਰੱਖੀਆਂ ਹੋਈਆਂ ਸਨ, ਉਹਨਾਂ ਨੂੰ ਮੱਥਾ ਟੇਕਦੇ ਹੋਏ ਅੰਦਰ ਆਉਂਦੇ ਸਨ ਤੇ ਮਹਾਰਾਜ ਨੂੰ ਮੱਥਾ ਟੇਕ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਫਿਰ ਬਾਬਾ ਖੇਮ ਸਿੰਘ ਬੇਦੀ ਨੂੰ ਵੀ ਮੱਥਾ ਟੇਕਦੇ ਸਨ। ਦੂਜੇ ਪਾਸੇ ਕੰਵਰ ਬਿਕਰਮ ਸਿੰਘ ਜੀ ਅਤੇ ਉਹਨਾਂ ਦੇ ਸੰਗੀ ਸਾਥੀ ਸਿੱਖ ਧਰਮ ਦਾ ਪ੍ਰਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਲਸ ਵਿਚਾਰਧਾਰਾ ਮੁਤਾਬਕ ਪ੍ਰਚਾਰਨਾ ਚਾਹੁੰਦੇ ਸਨ। ਇਸ ਦੇ ਮੁਤਾਬਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਔਰ ਇਸ ਦੇ ਬਰਾਬਰ ਕੋਈ ਵੀ ਜਿਹੜਾ ਹੈ ਗਦੇਲਾ ਲਗਾ ਕੇ ਨਹੀਂ ਬੈਠ ਸਕਦਾ, ਉਸ ਦੇ ਬਰਾਬਰ ਆਪਣੀ ਕੋਈ ਵੀ ਜਿਹੜੀ ਹੈ ਉਹ ਮੂਰਤੀ ਜੋ ਗਦੇਲਾ ਲਗਾ ਕੇ ਨਹੀਂ ਬੈਠ ਸਕਦਾ, ਆਪਣੀ ਪੂਜਾ ਨਹੀਂ ਕਰਵਾ ਸਕਦਾ। ਅਨਮਤੀ ਪ੍ਰਭਾਵ ਕਰਮ ਕਾਂਡਾਂ, ਅੰਧ ਵਿਸ਼ਵਾਸਾਂ ਅਤੇ ਮੂਰਤੀ ਪੂਜਾ ਜਿਹੇ ਅਖੰਡ ਨੂੰ ਨੰਗਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਸੀ। ਇਸ ਉੱਪਰ ਕੰਵਰ ਬਿਕਰਮ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਜਿਹੜੇ ਸਨ ਉਹ ਦ੍ਰਿੜ ਸਨ ਅਤੇ ਉਹ ਚਾਹੁੰਦੇ ਸਨ ਕਿ ਸਿੱਖ ਸਮਾਜ ਵਿੱਚ ਫੈਲ ਚੁੱਕੀਆਂ ਇਹਨਾਂ ਕੁਰੀਤੀਆਂ ਨੂੰ ਦੂਰ ਕਰਨਾ ਹੀ ਸਿੰਘ ਸਭਾ ਦਾ ਮੁੱਢਲਾ ਜਿਹੜਾ ਹੈ ਉਹ ਮੰਤਵ ਹੈ। ਇੱਥੋਂ ਹੀ ਸਿੰਘ ਸਭਾ ਲਾਹੌਰ ਦਾ ਆਗਾਜ਼ ਹੋ ਜਾਂਦਾ ਹੈ ਜਦ ਕੰਵਰ ਬਿਕਰਮ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਸਿੰਘ ਸਭਾ ਅੰਮ੍ਰਿਤਸਰ ਦੀ ਕਾਰਜਕਾਰਨੀ ਤੋਂ ਨਿਰਾਸ਼ ਹੋਏ ਅਤੇ ਉਸ ਸਮੇਂ ਸਿੰਘ ਸਭਾ ਲਾਹੌਰ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ। ਤੋ ਸਿੰਘ ਸਭਾ ਅੰਮ੍ਰਿਤਸਰ ਜਿਹਦੇ ਜਿਹੜੇ ਕੰਮਕਾਜ ਸਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਨਹੀਂ ਸਨ, ਜ਼ਿਆਦਾ ਬ੍ਰਾਹਮਣੀ ਪੂਜਾ ਦਾ ਉਹਨਾਂ ਦੇ ਉੱਪਰ ਪ੍ਰਭਾਵ ਸੀ ਔਰ ਉਹ ਆਪਣੀ ਸ਼ਖਸੀ ਪੂਜਾ ਕਰਵਾਉਣਾ ਚਾਹੁੰਦੇ ਸਨ। ਇਸ ਨੂੰ ਕੰਵਰ ਬਿਕਰਮ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਜਿਹੜੇ
ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ ਔਰ ਸਰਵੋਤ ਹਸਤੀ ਮੰਨਦੇ ਸਨ ਔਰ ਉਹ ਵਿਦਵਾਨ ਸਨ, ਉਹਨਾਂ ਨੂੰ ਇਹ ਸਾਰੇ ਗੁਰਮਤਿ ਦਾ ਪਤਾ ਸੀ। ਤਾਂ ਉਹ ਸਿੰਘ ਸਭਾ ਅੰਮ੍ਰਿਤਸਰ ਨਾਲ ਨਾ ਚੱਲ ਸਕੇ ਤੇ ਨਿਰਾਸ਼ ਹੋ ਕੇ ਉਹਨਾਂ ਨੇ ਸਿੰਘ ਸਭਾ ਲਾਹੌਰ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ। ਤਾਂ ਸਿੰਘ ਸਭਾ ਦੇ ਉਸਰਈਏ ਪ੍ਰੋਫੈਸਰ ਗੁਰਮੁਖ ਸਿੰਘ ਜੀ ਹਨ, ਜਿਨ੍ਹਾਂ ਦੀ ਅਸੀਂ ਗੱਲ ਅੱਜ ਲੈਕਚਰ ਦੇ ਵਿੱਚ ਟਾਈਟਲ ਵਿੱਚ ਆਪ ਜੀ ਨਾਲ ਸਾਂਝੀ ਕੀਤੀ ਹੈ। ਸਿੰਘ ਸਭਾ ਲਹਿਰ ਦੀ ਸਥਾਪਨਾ ਲਈ 1879 ਨੂੰ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੰਗਤ ਵਿੱਚ ਵਿਚਾਰ ਹੋਈ। ਵਿਚਾਰ ਉਪਰੰਤ ਇੱਕ ਕਮੇਟੀ ਬਣਾਈ ਗਈ, ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਸਕੱਤਰ ਭਾਈ ਗੁਰਮੁਖ ਸਿੰਘ ਜੀ ਥਾਪੇ ਗਏ। ਅਗਲੇ ਦਿਨ ਹੀ ਇਸ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸਿੰਘ ਸਭਾ ਲਹਿਰ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ। तो 1879 ਦੇ ਅੰਦਰ ਇਹ ਸਿੰਘ ਸਭਾ ਲਾਹੌਰ ਜਿਹੜੀ ਹੈ, ਇਸ ਦੀ ਸਥਾਪਨਾ ਜਿਹੜੀ ਹੈ ਉਹ ਹੁੰਦੀ ਹੈ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਪ੍ਰੇਰਣਾ ਸਦਕਾ ਸਿੰਘ ਸਭਾ ਲਾਹੌਰ ਨੇ ਸਪਸ਼ਟ ਤੌਰ ਤੇ ਆਪਣੇ ਕਰਨਯੋਗ ਉਦੇਸ਼ ਨਿਸ਼ਚਿਤ ਕਰ ਲਏ। ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਪਹਿਲਾ, ਸਿੱਖ ਧਰਮ ਦਾ ਪ੍ਰਚਾਰ ਖਾਲਸ ਰੂਪ ਵਿੱਚ ਕਰਨਾ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਵੱਧ ਤੋਂ ਵੱਧ ਪ੍ਰਿੰਟਰ ਮੀਡੀਆ ਦੀ ਵਰਤੋਂ ਕਰਨੀ, ਕਿਉਂਕਿ ਉਸ ਵੇਲੇ ਕੋਈ ਸੋਸ਼ਲ ਮੀਡੀਆ ਨਹੀਂ ਸੀ, ਉਹਦੇ ਕੋਲ WhatsApp, YouTube ਵਗੈਰਾ, Facebook ਨਹੀਂ ਸਨ। ਤਾਂ ਜੋ ਉਸ ਵੇਲੇ ਪ੍ਰਿੰਟਰ ਮੀਡੀਆ, ਪ੍ਰਿੰਟਿੰਗ ਪ੍ਰੈਸ ਰਾਹੀਂ ਜੋ ਛਪਦਾ ਸੀ, ਅਖਬਾਰਾਂ ਛਪਦੀਆਂ ਸਨ, ਉਸ ਰਾਹੀਂ ਗੁਰਮਤਿ ਪ੍ਰਚਾਰ ਕਰਨ ਦੀ ਜਿਹੜੀ ਹੈ ਉਹ ਫੈਸਲਾ ਕੀਤਾ ਗਿਆ। ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਪੱਕੇ ਪੈਰੀ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਅਖਬਾਰ ਅਤੇ ਰਸਾਲੇ ਕੱਢਣੇ, ਇਹ ਵੀ ਉਹਨਾਂ ਮੁੱਢਲੇ ਅਸੂਲਾਂ ਵਿੱਚ ਸ਼ਾਮਲ ਕੀਤਾ ਗਿਆ। ਇਸੇ ਸੰਦਰਭ ਵਿੱਚ ਸਿੱਖ ਸਮਾਜ ਨੂੰ ਪੜ੍ਹਾਈ ਲਿਖਾਈ ਵਿੱਚ ਨਿਪੁੰਨਤਾ ਹਾਸਲ ਕਰਾਉਣੀ, ਕਿ ਸਿੱਖ ਸਮਾਜ ਦੇ ਅੰਦਰ ਪੜ੍ਹਾਈ ਲਿਖਾਈ ਜਿਹੜੀ ਹੈ ਉਸ ਨੂੰ ਵੀ, ਐਜੂਕੇਸ਼ਨ ਨੂੰ ਵੀ ਬੜਾਵਾ ਦਿੱਤਾ ਜਾਏ ਔਰ ਸਾਰੇ ਸਿੱਖਾਂ ਨੂੰ ਪੜ੍ਹਾਈ ਜਿਹੜੀ ਕਰਵਾਈ ਜਾਏ, ਕੋਈ ਵੀ ਅਨਪੜ੍ਹ ਨਾ ਰਹਿ ਜਾਏ। ਇਸ ਮਕਸਦ ਲਈ ਖਾਲਸਾ ਸਕੂਲਾਂ ਦੀ ਸਥਾਪਨਾ ਕਰਨੀ, ਇਹ ਵੀ ਮੁੱਢਲੇ ਅਸੂਲਾਂ ਵਿੱਚੋਂ ਸੀ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੂਝ-ਬੂਝ ਸਦਕਾ ਹੀ ਗਿਆਨੀ ਦਿੱਤ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਮਿਸਟਰ ਮੈਕਾਲਫ ਆਦਿ ਪ੍ਰਮੁੱਖ ਹਸਤੀਆਂ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਇੱਕ ਸੂਤਰ ਵਿੱਚ ਜੋੜ ਦਿੱਤਾ। तो प्रोफेसर गुरमुख सिंह जी, ज्ञानी दित सिंह जी, भाई जवाहर सिंह जी, भाई काहन सिंह जी नाभा और मिस्टर मैकालफ ਨੂੰ ਇਸ ਗੁਰਮਤਿ ਪ੍ਰਚਾਰ ਦੇ ਨਾਲ ਜੋੜ ਦਿੱਤਾ ਗਿਆ ਪ੍ਰੋਫੈਸਰ ਗੁਰਮੁਖ ਸਿੰਘ ਜੀ ਨਾਲ ਦੁਆਰਾ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਪ੍ਰੇਰਣਾ ਸਦਕਾ ਹੀ ਗਿਆਨੀ ਦਿੱਤ ਸਿੰਘ ਜੀ ਨੇ ਪਹਿਲਾਂ ਓਰੀਐਂਟਲ ਕਾਲਜ ਲਾਹੌਰ ਤੋਂ ਗਿਆਨੀ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਇਸੇ ਹੀ ਕਾਲਜ ਵਿੱਚ ਗੁਰਮੁਖੀ ਦੇ ਸੈਕੰਡ ਟੀਚਰ ਨਿਯੁਕਤ ਹੋਏ। ਫਿਰ ਜਿਸ ਸਮੇਂ 1886 ਈਸਵੀ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਖਾਲਸਾ ਅਖਬਾਰ ਪ੍ਰਕਾਸ਼ਿਤ ਕੀਤੀ, ਤਾਂ ਕੁਝ ਸਮੇਂ ਪਿੱਛੋਂ ਹੀ ਇਸ ਦੀ ਜ਼ਿੰਮੇਵਾਰੀ ਗਿਆਨੀ ਦਿੱਤ ਸਿੰਘ ਜੀ ਨੂੰ ਸੌਂਪ ਦਿੱਤੀ। तो ਗਿਆਨੀ ਦਿੱਤ ਸਿੰਘ ਜੀ ਖਾਲਸਾ ਅਖਬਾਰ ਦੇ ਸੰਪਾਦਕ ਬਣ ਗਏ। तो ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ 1886 ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਇਹ ਖਾਲਸਾ ਅਖਬਾਰ ਜਿਹੜੀ ਹੈ ਉਸ ਨੂੰ ਪ੍ਰਕਾਸ਼ਿਤ ਕੀਤਾ ਤੇ ਉਸ ਦੀ ਜ਼ਿੰਮੇਵਾਰੀ ਗਿਆਨੀ ਦਿੱਤ ਸਿੰਘ ਜੀ ਨੂੰ ਦਿੱਤੀ। ਪੰਜਾਬੀ ਬੋਲੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਲਈ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਦਰਅਸਲ ਸਭ ਤੋਂ ਪਹਿਲਾਂ ਗੁਰਮੁਖੀ ਦਾ ਸਭ ਤੋਂ ਪਹਿਲਾ ਅੰਕ 10 ਨਵੰਬਰ 1880 ਨੂੰ ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ ਸਿੰਘ ਸਭਾ ਲਾਹੌਰ ਦੀ ਸਰਪ੍ਰਸਤੀ ਹੇਠ ਵਿਦਿਆਰਕ ਮਾਸਕ ਪੱਤਰ ਸਨ 1881 ਨੂੰ ਪ੍ਰਕਾਸ਼ਿਤ ਕੀਤਾ ਗਿਆ। 1882 ਨੂੰ ਪੰਜਾਬੀ ਪ੍ਰਚਾਰਨੀ ਸਭਾ ਲਾਹੌਰ ਦੀ ਸਥਾਪਨਾ ਕੀਤੀ ਗਈ। ਇੱਕ ਸਿੰਘ ਸਭਾ ਲਾਹੌਰ ਬਣਾਈ ਗਈ, ਪਹਿਲਾਂ ਸਿੰਘ ਸਭਾ ਅੰਮ੍ਰਿਤਸਰ ਬਣੀ, ਫਿਰ ਸਿੰਘ ਸਭਾ ਲਾਹੌਰ ਬਣੀ, ਫਿਰ ਪੰਜਾਬੀ ਅਖਬਾਰ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ, ਖਾਲਸਾ ਸਮਾਚਾਰ, ਖਾਲਸਾ ਅਖਬਾਰ। ਔਰ ਉਸ ਤੋਂ ਬਾਅਦ ਹੁਣ 1882 ਨੂੰ
ਜਿਹੜਾ ਪੰਜਾਬੀ ਪ੍ਰਚਾਰਨੀ ਸਭਾ ਦੀ ਸਥਾਪਨਾ ਕੀਤੀ ਗਈ ਔਰ 1881 ਵਿੱਚ ਵਿਦਿਆਰਕ ਮਾਸਿਕ ਪੱਤਰ ਵੀ ਸ਼ੁਰੂ ਕੀਤਾ ਗਿਆ। ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਦੀ ਇਹਨਾਂ ਸਾਰੇ ਜਿਹੜੇ ਪ੍ਰੋਜੈਕਟ ਹਨ ਉਹ ਬੜੇ ਇੰਪੋਰਟੈਂਟ ਸਨ ਔਰ ਸਿੱਖੀ ਨੂੰ ਇੱਕ ਤਰੀਕੇ ਦੀ ਰਿਵਾਈਵਲ ਜਿਹੜੀ ਹੈ, ਰੈਨੇਸੈਂਸ ਦੀ ਲਹਿਰ ਸੀ, ਉਸ ਵੱਲ ਜਿਹੜਾ ਹੈ ਇਸ ਹਿਸਾਬ ਨਾਲ ਦੇਖਿਆ ਜਾਏ ਕਿ ਜੋ ਉਹਨਾਂ ਨੇ ਉਪਰਾਲੇ ਕੀਤੇ ਹਨ ਉਹ ਕਿੰਨੇ ਨਿੱਘਰ ਸਨ। ਔਰ ਪੰਜਾਬੀ ਪ੍ਰਚਾਰਨੀ ਸਭਾ ਲਾਹੌਰ ਦੀ ਸਥਾਪਨਾ ਜਿਹੜੀ ਹੋਈ ਉਹਦੇ ਇਸ ਦੇ ਮੁੱਖ ਸਲਾਹਕਾਰ ਹੋਣ ਦੇ ਨਾਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਬੜੀ ਸੁਚੱਜੀ ਅਗਵਾਈ ਦਿੱਤੀ। ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਇਹਨਾਂ ਦੇ ਹਮਖਿਆਲੀ ਸਾਥੀਆਂ ਦੇ ਪ੍ਰਚਾਰ ਪ੍ਰਸਾਰ ਸਦਕਾ ਹੀ ਥਾਂ ਥਾਂ ਤੇ ਸਿੰਘ ਸਭਾਵਾਂ ਕਾਇਮ ਹੋਣੀਆਂ ਸ਼ੁਰੂ ਹੋ ਗਈਆਂ। ਸਿੱਖ ਕੌਮ ਵਿੱਚ ਧਾਰਮਿਕ ਜਾਗਰਤੀ ਆਉਣੀ ਸ਼ੁਰੂ ਹੋ ਗਈ। ਇੱਕ ਹੋਰ ਇੰਪੋਰਟੈਂਟ ਮਾਈਲਸਟੋਨ ਹੈ ਕਿ ਜਿੱਥੇ ਅਸੀਂ ਹੁਣ ਦੇਖਦੇ ਹਾਂ ਕਿ ਸਾਡੇ ਗੁਰਦੁਆਰੇ ਜਿਹੜੇ ਲੋਕਲ ਹਨ ਉਹ ਸਾਰੇ ਸਿੰਘ ਸਭਾ ਦੇ ਨਾਂ ਦੇ ਉੱਪਰ ਹਨ। ਭਾਵੇਂ ਹਾਲੇ ਕਈ ਜਿਹੜੇ ਡੇਰਿਆਂ ਨਾਲ ਸੰਬੰਧਿਤ ਹਨ ਉਹ ਸਿੰਘ ਸਭਾ ਨਾਂ ਨੂੰ ਇਸਤੇਮਾਲ ਕਰਨ ਤੋਂ ਡਰਦੇ ਹਨ, ਗਰੇਜ਼ ਕਰਦੇ ਹਨ। ਲੇਕਿਨ ਇਹ 1882 ਤੋਂ ਬਾਅਦ ਜਿਹੜਾ ਹੈ, ਜਦੋਂ ਪੰਜਾਬੀ ਪ੍ਰਚਾਰਨੀ ਸਭਾ ਲਾਹੌਰ ਦੀ ਸਥਾਪਨਾ ਹੋਈ ਤਾਂ ਇਹ ਜਿਹੜੀ ਉਹਨਾਂ ਦੇ ਸਾਥੀਆਂ ਦੇ ਹਮਖਿਆਲੀਆਂ ਦੇ ਪ੍ਰਚਾਰ ਸਦਕਾ ਥਾਂ ਥਾਂ ਤੇ ਸਿੰਘ ਸਭਾਵਾਂ ਕਾਇਮ ਹੋਣੀਆਂ ਸ਼ੁਰੂ ਹੋਈਆਂ ਤੇ ਉਹ ਸਿੰਘ ਸਭਾ ਲਾਹੌਰ ਦੇ ਨਾਲ ਜੁੜ ਗਈਆਂ। ਪ੍ਰੋਫੈਸਰ ਗੁਰਮੁਖ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਆਰੇ ਸਿਧਾਂਤਾਂ ਤੋਂ ਭਲੀ ਪ੍ਰਕਾਰ ਜਾਣੂ ਸਨ ਅਤੇ ਆਪ ਜੀ ਬ੍ਰਾਹਮਣੀ ਮੱਕੜ ਜਾਲ 'ਚ ਬੁਰੀ ਤਰ੍ਹਾਂ ਫਸ ਚੁੱਕੀ ਸਿੱਖ ਕੌਮ ਨੂੰ ਬਾਹਰ ਕੱਢ ਕੇ ਇਸ ਨੂੰ ਨਿਰੋਲ ਖਾਲਸਾਈ ਰੰਗਨ ਵਿੱਚ ਮੁੜ ਰੰਗਨ ਦੀ ਜਦੋਜਹਿਦ ਵਿੱਚ ਆਪਣਾ ਜੀਵਨ ਆਪ ਜੀ ਨੇ ਅਰਪਣ ਕੀਤਾ। ਇਹ ਜੋ ਗੱਲ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ, ਇਹ ਬ੍ਰਾਹਮਣੀ ਮੱਕੜ ਜਾਲ ਕੀ ਹੈ? ਬ੍ਰਾਹਮਣੀ ਮੱਕੜ ਜਾਲ ਹੈ ਕਿ ਜਦੋਂ ਵੀ ਕੋਈ ਔਰਤ ਜਿਹੜੀ ਪ੍ਰੈਗਨੈਂਟ ਹੁੰਦੀ ਸੀ ਤਾਂ ਉਸ ਵੇਲੇ ਹੀ ਬ੍ਰਾਹਮਣ ਜਿਹੜਾ ਹੈ ਉਹ ਉਹਨਾਂ ਦੇ ਘਰ ਜਾ ਵੜਦਾ ਸੀ ਤੇ ਉਹਨੂੰ ਮੰਤਰ ਸੁਣਾ ਕੇ ਉਹਨੂੰ ਕਹਿਣਾ ਕਿ ਆਪ ਘਰ ਦਾ ਬੱਚਾ ਹੈ, ਆਪ ਜੀ ਦਾ ਬੜਾ ਹੋਏਗਾ ਜੀ, ਮੈਂ ਇਹਦਾ ਟੇਵਾ ਬਣਾਵਾਂਗਾ, ਮੈਂ ਉਹ ਕਰਾਂਗਾ ਉਹ ਕਰਾਂਗਾ। ਜਦੋਂ ਉਹ ਬੱਚਾ ਪੈਦਾ ਹੋ ਜਾਂਦਾ ਸੀਗਾ ਫਿਰ ਉਹਨਾਂ ਦੇ ਘਰ ਪਹੁੰਚ ਜਾਂਦਾ ਸੀਗਾ ਕਿ ਮੈਂ ਇਹਦੀ ਜਨਮ ਪੱਤਰੀ ਬਣਾਉਣੀ ਹੈ। ਫਿਰ ਜਨਮ ਪੱਤਰੀ ਤੋਂ ਬਾਅਦ ਫਿਰ ਜਦੋਂ ਬੱਚਾ ਸਕੂਲ ਜਾਣ ਲੱਗਦਾ ਸੀਗਾ ਤੇ ਉਸ ਵੇਲੇ ਵੀ ਉੱਥੇ ਪਹੁੰਚ ਜਾਂਦਾ ਸੀਗਾ ਕਿ ਮੈਂ ਇਹਨੂੰ ਆਸ਼ੀਰਵਾਦ ਦੇਣਾ ਹੈ ਤੇ ਉਹਦੇ ਹੱਥ ਦੇ ਉੱਪਰ ਕੋਈ ਮੌਲੀਆਂ ਜੜੀਆਂ ਲਾਲ ਰੰਗ ਦੀਆਂ ਬੰਨ੍ਹ ਦੇਣਗੇ ਮੰਤਰ ਪੜ੍ਹ ਕੇ। ਤੋਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਕਈ ਐਸੇ ਸਰਦਾਰ ਹਨ ਜਿਨ੍ਹਾਂ ਨੇ ਕੜੇ ਪਾਏ ਹੋਏ ਹਨ ਹੱਥ ਦੇ ਅੰਦਰ, ਲੇਕਿਨ ਮੋਟੀਆਂ ਜਿਹੜੀਆਂ ਗਲੇ ਦੇ ਅੰਦਰ ਮੌਲੀਆਂ ਵੀ ਬਣੀਆਂ ਹੋਈਆਂ ਹਨ। ਉਹਨਾਂ ਨੂੰ ਕੋਈ ਅਵੇਅਰਨੈਸ ਨਹੀਂ ਹੈ ਕਿ ਇਹ ਕੜਾ ਕਿਸ ਵਾਸਤੇ ਹੈ, ਗੁਰੂ ਸਾਹਿਬ ਨੇ ਕਿਉਂ ਸਾਨੂੰ ਦਿੱਤਾ ਸੀ। ਉਹਦੇ ਨਾਲ ਹੀ ਮੋਟੇ ਜਿਹੜੇ ਹਨ ਉਹ ਮੌਲੀਆਂ ਬਣੀਆਂ ਹੋਈਆਂ ਹਨ। ਕਈ ਬੜੇ VIP ਦੇਖੇ ਨੇ ਕਿ ਜਿਹੜੇ ਉਤੋਂ ਤਾਂ ਬੜੇ ਅੱਛੇ ਦਸਤਾਰ ਹੋਏਗੀ, ਉਹਨਾਂ ਦੀ ਦਾੜੀ ਅੱਛੀ ਹੋਏਗੀ, ਲੇਕਿਨ ਨਾਲ ਹੀ ਹੱਥ ਦੇ ਅੰਦਰ ਉਹਨਾਂ ਨੇ ਇਹ ਜਿਹੜੇ ਮੌਲੀਆਂ ਬਣੀਆਂ ਹੁੰਦੀਆਂ ਹਨ। ਤੇ ਇਹਦਾ ਮੁੱਖ ਕਾਰਨ ਇਹ ਹੈ ਕਿ ਉਹਨਾਂ ਨੂੰ ਸਿੱਖੀ ਦੀ ਸਮਝ ਨਹੀਂ ਹੈ ਔਰ ਇਸ ਕਰਕੇ ਘਰ ਉਹ ਪੂਜਾ ਵੀ ਐਸੀ ਕਰਦੇ ਹਨ ਕਿ ਬ੍ਰਾਹਮਣਾਂ ਕੋਲੋਂ ਕਰਵਾਉਂਦੇ ਹਨ ਤੇ ਉਸ ਤੋਂ ਬਾਅਦ ਮੌਲੀਆਂ ਆਪਣੇ ਹੱਥਾਂ ਵਿੱਚ ਬੰਨ੍ਹ ਸਕਦੇ ਹਨ। ਤੇ ਫਿਰ ਵਿਆਹ ਦੇ ਮੌਕੇ ਵੀ ਉਹ ਪੰਡਤ ਨੇ ਆਪਣਾ ਜਿਹੜਾ ਹੈ ਉਹ ਕੋਈ ਨਾ ਕੋਈ ਸਿਸਟਮ ਬਣਾਇਆ ਸੀਗਾ। ਫਿਰ ਜਦੋਂ ਬੱਚੇ ਉਹਨਾਂ ਦੇ ਘਰ ਅੱਗੋਂ ਹੋਣੇ ਫਿਰ ਉਹ ਬੱਚਾ ਜਿਹੜਾ ਉਹ ਫਿਰ ਉਹੀ ਕੰਮ ਕਰਨਾ ਜਿਹੜਾ ਉਸਦੇ ਪਿਓ ਦੇ ਨਾਲ ਵਾਸਤੇ ਕੀਤਾ ਸੀਗਾ। ਫਿਰ ਜਦੋਂ ਡੈਥ ਹੋ ਜਾਣੀ ਤਾਂ ਉਸ ਵੇਲੇ ਵੀ ਉੱਥੇ ਜਾ ਕਰਕੇ ਉਹਨਾਂ ਨੇ ਕੋਈ ਕਿਰਿਆਕਰਮ ਜਿਹੜੇ ਆਪਣੇ ਹੱਥ ਨਾਲ ਕਰਨੇ। ਅੱਜ ਵੀ ਅਸੀਂ ਦੇਖਦੇ ਹਾਂ ਕਿ ਕ੍ਰਿਮੇਸ਼ਨ ਗਰਾਊਂਡ ਅੰਦਰ ਜਿੱਥੇ ਕਿਸੇ ਦੀ ਮੌਤ ਹੁੰਦੀ ਹੈ ਤਾਂ ਉੱਥੇ ਜਿਹੜੇ ਬ੍ਰਾਹਮਣ ਨੇ ਜਿਹੜੇ ਉੱਥੇ ਪਾਂਡੇ ਬੈਠੇ ਹੋਏ ਨੇ ਉਹ ਆਪਣੇ ਢੰਗ ਨਾਲ ਜਿਹੜਾ ਹੈ ਉਹ ਚਾਰੋਂ ਪਾਸੇ ਅਗਨੀ ਦੇ ਉਸ ਨੂੰ ਫਰਾਨ ਦੀ ਗੱਲ ਕਰਦੇ ਹਨ। ਉਹ ਫਿਰ ਆਪਣੇ ਹੀ ਜਿਹੜੇ ਜੇ ਕੋਈ ਗ੍ਰੰਥੀ ਸਿੰਘ ਨਾ ਹੋਵੇ ਤਾਂ ਉੱਥੇ ਆਪਣੇ ਢੰਗ ਨਾਲ ਜਿਹੜਾ ਹੈ ਉਹ ਬ੍ਰਾਹਮਣੀ ਰਸਮੋ ਰਿਵਾਜ ਦੇ ਨਾਲ ਉਸ ਕ੍ਰਿਮੇਸ਼ਨ ਨੂੰ ਜਿਹੜਾ ਉਹ ਕਰਵਾਉਂਦੇ ਹਨ। ਤੋਂ ਇਹ ਸਾਰੀਆਂ ਗੱਲਾਂ ਦਾ ਮੱਕੜ ਜਾਲ ਜਿਹੜਾ ਹੈ ਆਪ ਜੀ ਦੇ ਨਾਲ ਮੈਂ ਥੋੜਾ ਸਾਂਝਾ ਕੀਤਾ ਹੈ ਤਾਂ ਕਿ ਸਾਨੂੰ ਪਤਾ ਹੋਵੇ ਕਿ ਜੋ ਗੁਰਮਤਿ ਕਹਿੰਦੀ ਹੈ, ਜੋ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ, ਉਸ ਨੂੰ ਕਿੰਨਾ ਸਾਨੂੰ ਹੋਰ ਅੱਗੇ ਆਪਣੇ ਭਰਾਵਾਂ ਦੇ ਸਿੱਖ ਭਰਾਵਾਂ ਦੇ ਵਿੱਚ ਸਿੱਖ ਸਮਾਜ ਦੇ ਅੰਦਰ ਉਹਨਾਂ ਨੂੰ ਸਮਝਾਉਣ ਦੀ ਔਰ ਉਹਨਾਂ ਦੇ ਮਨ ਦੇ ਅੰਦਰ ਦ੍ਰਿੜ ਕਰਾਉਣ ਦੀ ਲੋੜ ਹੈ। ਤੋਂ ਬੁਰੀ ਤਰ੍ਹਾਂ ਫਸ ਚੁੱਕੀ ਸਿੱਖ ਕੌਮ ਨੂੰ ਇਸ ਬ੍ਰਾਹਮਣੀ ਮੱਕੜ ਜਾਲ ਤੋਂ ਬਾਹਰ ਕੱਢ ਕੇ ਨਿਰੋਈ ਖਾਲਸਾਈ ਰੰਗਨ ਵਿੱਚ ਮੁੜ ਰੰਗਨ ਦੀ ਜਦੋਜਹਿਦ ਵਿੱਚ ਆਪਣਾ ਜੀਵਨ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਅਰਪਣ ਕਰ ਦਿੱਤਾ। ਤੋਂ ਆਓ ਹੁਣ ਦੇਖਦੇ ਹਾਂ ਕਿ ਆਪ ਜੀ ਦੀ ਅਗਵਾਈ ਹੇਠ ਸਿੰਘ ਸਭਾ ਲਾਹੌਰ ਵਿੱਚ ਇੱਕ ਤਤ ਗੁਰਮਤ ਵਾਲੀ ਅਤੇ ਗਰਮ ਖਿਆਲੀ ਜਥੇਬੰਦੀ ਬਣ ਗਈ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਅਗਵਾਈ ਵਿੱਚ ਸਿੰਘ ਸਭਾ ਲਾਹੌਰ
ਇੱਕ ਤਤ ਗੁਰਮਤ ਵਾਲੀ, ਜਿਹਦੇ ਅੰਦਰ ਕੋਈ ਵੀ ਬ੍ਰਾਹਮਣੀ ਕਰਮ ਕਾਂਡ ਨਹੀਂ ਸੀ, ਪਰ ਉਹ ਹਰ ਇਸ ਨੂੰ ਜਿਵੇਂ ਕੰਡਾ ਹੁੰਦਾ, ਕੰਡੇ ਨੂੰ ਕੱਢਣਾ ਹੁੰਦਾ ਹੈ, ਉਹ ਮੰਨਦੇ ਵੀ ਸੀਗਾ ਕਿ ਇਹ ਜਿਹੜਾ ਬ੍ਰਾਹਮਣੀ ਕਰਮ ਕਾਂਡ ਦਾ ਕੰਡਾ ਹੈ, ਇਸ ਨੂੰ ਕੱਢਣਾ ਹੈ। ਤਾਂ ਉਹ ਗਰਮ ਖਿਆਲੀ ਜਥੇਬੰਦੀ ਬਣ ਗਈ। ਆਪ ਜੀ ਦੀ ਸੋਚ ਗੁਰਮਤ ਵਿਚਾਰਧਾਰਾ ਦੇ ਸਪਸ਼ਟ ਨਜ਼ਰੀਏ ਨੂੰ ਪ੍ਰਚਾਰਦੀ ਸੀ। ਇਹੋ ਕਾਰਨ ਹੈ ਕਿ ਆਪ ਜੀ ਦੀਆਂ ਪ੍ਰਭਾਵਸ਼ਾਲੀ ਲਿਖਤਾਂ ਨੇ ਅਤੇ ਭਾਸ਼ਣਾਂ ਨੇ ਜਿੱਥੇ ਸਿੱਖ ਕੌਮ ਵਿੱਚ ਕੌਮੀਅਤ ਦਾ ਜਜ਼ਬਾ ਅਤੇ ਆਪਣੇ ਨਿਆਰੇਪਨ ਦੇ ਅਹਿਸਾਸ ਨੂੰ ਜਗਾਇਆ, ਉੱਥੇ ਨਾਲ ਹੀ ਆਪ ਜੀ ਦੀਆਂ ਲਿਖਤਾਂ ਨੇ ਪੁਜਾਰੀਆਂ, ਸੋਢੀਆਂ, ਬੇਦੀਆਂ, ਭੱਲਿਆਂ, ਬਾਵਿਆਂ ਦੇ ਗੁਰਮਤ ਵਿਰੋਧੀ ਕਾਰਜਾਂ ਨੂੰ ਨੰਗਾ ਕਰ ਦਿੱਤਾ। ਅੱਜ ਵੀ ਪੰਜਾਬ ਦੇ ਪਿੰਡਾਂ ਦੇ ਅੰਦਰ ਇਹ ਜੋ ਪੁਜਾਰੀ ਹਨ, ਸੋਢੀ ਹਨ, ਬੇਦੀ ਹਨ, ਭੱਲੇ ਹਨ, ਬਾਵੇ ਹਨ, ਇਹ ਆਪਣੇ ਘਰਾਂ ਨੂੰ ਇਹਨਾਂ ਨੇ ਮੱਲਿਆ ਹੋਇਆ, ਤੇ ਉਹਨਾਂ ਘਰਾਂ ਦੇ ਅੰਦਰ ਜਾ ਕਰਕੇ ਉਹ ਆਪਣੀ ਜਿਹੜੀ ਪੂਜਾ ਹੈ ਉਹ ਜਿਹੜੀ ਹੈ ਉਹ ਆਪਣੇ ਗੁਰੂਆਂ ਵਾਂਗਣ ਕਰਾਉਂਦੇ ਹਨ, ਕਿ ਜਿਵੇਂ ਗੁਰੂਆਂ ਦੀ ਪੂਜਾ ਕੀਤੀ ਜਾਂਦੀ ਹੈ ਉਸ ਤਰ੍ਹਾਂ ਉਹਨਾਂ ਦੇ ਘਰ ਬੈਠਦੇ ਹਨ, ਰਹਿੰਦੇ ਹਨ ਔਰ ਖਾਂਦੇ ਪੀਂਦੇ ਹਨ। ਤੋਂ ਇਹ ਲੋਕ ਆਪਣੇ ਆਪ ਨੂੰ ਗੁਰੂ ਸਾਹਿਬਾਨ ਜੀ ਦੀ ਅੰਸ਼ ਵੰਸ਼ ਅਖਵਾਉਂਦੇ ਹਨ ਕਿ ਅਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਹਾਂ ਤੇ ਅਸੀਂ ਗੁਰੂ ਸਾਹਿਬ ਦੀ ਅੰਸ਼ ਵਿੱਚੋਂ ਹਾਂ, ਤੇ ਇਸ ਕਰਕੇ ਸਾਡੀ ਵੀ ਪੂਜਾ ਹੋਣੀ ਚਾਹੀਦੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਿਨਾਂ ਰੋਕ ਟੋਕ ਦੇ ਔਰ ਬੇਸ਼ਰਮ ਹੋ ਕੇ ਬੈਠਦੇ ਸਨ ਤੇ ਗੱਦੀਆਂ ਲਗਾ ਕੇ ਤੇ ਆਪਣੀ ਪੂਜਾ ਕਰਵਾਉਂਦੇ। ਆਦਿ ਭਾਵ ਗੁਰਮਤ ਵਿਰੋਧੀ ਹਰ ਕਰਮਕਾਂਡ ਕਰਵਾਉਣ ਵਿੱਚ ਇਹ ਸਭ ਤੋਂ ਅੱਗੇ ਸਨ। ਸਿੰਘ ਸਭਾ ਅੰਮ੍ਰਿਤਸਰ ਧੜੇ ਨਾਲ ਸੰਬੰਧਿਤ ਵਿਅਕਤੀ ਅਤੇ ਪੁਜਾਰੀ ਲੋਕ ਆਪਣੀ ਨਿਜ ਪ੍ਰਸਤੀ ਅਤੇ ਆਪਣੇ ਲਈ ਵੱਧ ਤੋਂ ਵੱਧ ਅਦਬ ਸਤਕਾਰ ਲੋਕਾਂ ਪਾਸੋਂ ਕਰਵਾਉਣ ਦੀ ਰੁਚੀ ਰੱਖਦੇ ਸਨ। ਬ੍ਰਾਹਮਣੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਿਕਾਰ ਨਹੀਂ ਸਨ ਸਕਦੇ, ਕਿਉਂਕਿ ਇਹ ਬ੍ਰਾਹਮਣੀ ਸੋਚ ਵਾਲੇ ਲੋਕ ਸਨ। ਅੰਮ੍ਰਿਤਸਰ ਧੜੇ ਦੇ ਆਗੂ ਬਾਬਾ ਖੇਮ ਸਿੰਘ ਜੀ ਬੇਦੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਚੇਚੇ ਗਦੇਲੇ ਵਿਛਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠ ਕੇ ਆਪਣੀ ਪੂਜਾ ਕਰਾਉਂਦੇ ਸਨ। ਫਿਰ ਅੰਮ੍ਰਿਤਸਰ ਸਿੰਘ ਸਭਾ ਤੋਂ ਕੀ ਉਮੀਦ ਕੀਤੀ ਜਾ ਸਕਦੀ? ਇਹ ਲੋਕੀ ਨਹੀਂ ਸਨ ਚਾਹੁੰਦੇ ਕਿ ਤਤ ਗੁਰਮਤਿ ਦਾ ਪ੍ਰਚਾਰ ਕਰਕੇ ਸਿੱਖ ਕੌਮ ਨੂੰ ਜਾਗਰੂਕ ਕੀਤਾ ਜਾਏ ਤੇ ਬ੍ਰਾਹਮਣੀ ਦੇ ਮੱਕੜ ਜਾਲ ਵਿੱਚੋਂ ਨਿਕਲਿਆ ਜਾਏ। ਇਹੋ ਕਾਰਨ ਹੈ ਕਿ ਪੁਜਾਰੀਵਾਦ ਨੇ ਅੰਮ੍ਰਿਤਸਰ ਧੜੇ ਸਿੰਘ ਸਭਾ ਅੰਮ੍ਰਿਤਸਰ ਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਇਹਨਾਂ ਦੇ ਸੰਗੀ ਸਾਥੀਆਂ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹਦੇ ਨਾਲ ਅਗਰ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਵਿਚਾਰਧਾਰਾ, ਸਿੰਘ ਸਭਾ ਲਾਹੌਰ ਦੀ ਵਿਚਾਰਧਾਰਾ ਸਫਲ ਹੁੰਦੀ ਹੈ ਤਾਂ ਇਹ ਜੋ ਬਾਵੇ, ਸੋਢੀ, ਬੇਦੀ, ਭੱਲੇ, ਬਾਵੇ ਹਨ, ਇਹਨਾਂ ਦੀ ਜਿਹੜੀ ਹੈ ਗੁਰੂ ਅੰਸ਼ ਆਪਣੇ ਆਪ ਨੂੰ ਕਹਿੰਦੇ ਹਨ, ਉਹਨਾਂ ਦਾ ਜਿਹੜਾ ਹੈ ਹਲਵਾ ਮਾਂਡਾ ਜਿਹੜਾ ਹੈ ਉਹ ਖਤਮ ਹੋਣਾ ਸੀਗਾ। तो इस करके ये लोग नहीं सन चाहते कि गुरमत प्रचार करके तत् गुरमत प्रचार करके सिख कौम नूं जागरूक किया जाए। यो कारण है कि पुजारीवाद ने अमृतसर धड़े सिंह सभा अमृतसर ने प्रोफैसर गुरमुख सिंह जी ਅਤੇ ਇਹਨਾਂ ਦੇ ਸੰਗੀ ਸਾਥੀਆਂ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ ਇੱਥੋਂ ਤੱਕ ਵੱਧ ਗਿਆ ਕਿ ਆਪ ਜੀ ਦੇ ਖਿਲਾਫ ਵਿਰੋਧਤਾ ਦੀ ਇੱਕ ਮੁਹਿੰਮ ਚਲਾ ਦਿੱਤੀ ਗਈ ਔਰ ਆਪ ਜੀ ਦੇ ਉੱਪਰ ਝੂਠੇ ਕੇਸ ਜਿਹੜੇ ਹਨ ਉਹ ਬਣਾਏ ਗਏ, ਦੋਸ਼ ਲਗਾਏ ਗਏ। तो ਇਹਨਾਂ ਦੋਸ਼ਾਂ ਵਿੱਚੋਂ ਮੈਂ ਆਪ ਜੀ ਨਾਲ ਸਾਂਝੇ ਕਰਦਾ ਹਾਂ। ਪਹਿਲਾ ਕਿ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਗੁਰੂ ਸਾਹਿਬਾਨ ਦੀ ਅੰਸ਼ ਵੰਸ਼, ਬੇਦੀਆਂ, ਭੱਲੇ, ਸੋਢੀਆਂ ਅਤੇ ਬਾਵਿਆਂ ਪ੍ਰਤੀ ਨਿਰਾਦਰੀ ਵਿਖਾਈ ਹੈ। ਸਿੰਘ ਸਭਾ ਦੇ ਇੱਕ ਦੀਵਾਨ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਹਿੰਦੂ ਦੇਵੀ ਦੇਵਤਿਆਂ ਦੇ 26 ਅਵਤਾਰਾਂ ਦੀ ਛਵੀ ਤਸਵੀਰ ਬਾਰੇ ਸਖਤ ਨਿਰਾਦਰੀ ਕੀਤੀ ਹੈ। ਅਗਲਾ ਪੁਆਇੰਟ, ਲਾਹੌਰ ਦੀ ਸਿੰਘ ਸਭਾ ਨੇ ਇੱਕ ਮੁਸਲਮਾਨ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਲਿਆ। ਸਿੱਖ ਸਾਧ ਸਿੰਘ ਜੀ ਨੋਟ ਕਰਨਾ ਕਿ ਕਿੰਨਾ ਉਹਨਾਂ ਦੇ ਅੰਦਰ ਜਜ਼ਬਾ ਸੀ ਸਿੰਘ ਸਭਾ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਉਹਨਾਂ ਦੇ ਸਾਥੀਆਂ ਦੇ, ਕਿ ਉਹ ਚਾਹੁੰਦੇ ਸਨ ਕਿ ਜਿਹੜੇ ਲਾਈਕ ਮਾਈਂਡਡ ਮੁਸਲਮਾਨ ਹਨ ਜਾਂ ਜਿਹੜੇ ਹਿੰਦੂ ਹਨ ਉਹ ਵੀ ਸਾਡੇ ਵਿੱਚ ਸ਼ਾਮਲ ਹੋਣ ਔਰ ਉਹਨਾਂ ਦਾ ਵੀ ਕਲਿਆਣ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਕੇ। ਤੋਂ ਨੀਵੀਆਂ ਜਾਤੀਆਂ ਦੇ ਜਿਨ੍ਹਾਂ ਨੂੰ ਉਸ ਵੇਲੇ ਜਿਹੜੇ ਹੈ ਮੋਚੀ ਮੁਸਲਮਾਨ ਨੂੰ ਇੱਕੋ ਬਾਟੇ ਨੂੰ ਮੂੰਹ ਲਾ ਕੇ ਅੰਮ੍ਰਿਤ ਛਕਾਇਆ ਗਿਆ, ਇਹ ਵੀ ਉਹਨਾਂ ਦੇ ਉੱਪਰ ਦੂਸ਼ਣ ਹੈ। ਜਦਕਿ ਇਹ ਸਿਸਟਮ ਹੈ ਕਿ ਜਿਹਨੂੰ ਵੀ ਅੰਮ੍ਰਿਤ ਛਕਾਇਆ ਜਾਏ ਸਿੱਖ ਰਿਆਤ ਦੇ ਅਨੁਸਾਰ ਜਿਹੜਾ ਬਾਅਦ ਵਿੱਚ ਅੰਮ੍ਰਿਤ ਵੱਜ ਜਾਂਦਾ ਹੈ ਸਾਰਿਆਂ ਨੂੰ ਛਕਾਉਣ ਤੋਂ ਬਾਅਦ ਉਸ ਨੂੰ ਸਾਰੇ ਹੀ
ਇੱਕੋ ਬਾਟੇ ਦੇ ਨਾਲ ਮੂੰਹ ਲਗਾ ਕਰਕੇ ਬਾਕੀ ਦਾ ਸਾਰਾ ਅੰਮ੍ਰਿਤ ਜਿਹੜਾ ਹੈ ਉਹ ਸਾਰੇ ਅੰਮ੍ਰਿਤ ਅਬਲਾਖੀਆਂ ਦੇ ਵਿੱਚ ਵਰਤਾਇਆ ਜਾਂਦਾ, ਛਕਾਇਆ ਜਾਂਦਾ ਹੈ। ਇਹ ਸਾਰੇ ਉੱਪਰਲੇ ਦੋਸ਼ ਲਗਾ ਕਰਕੇ ਫਿਰ ਕਿਹਾ ਕਿ ਬਾਬਾ ਖੇਮ ਸਿੰਘ ਬੇਦੀ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰੀ ਵਿੱਚ ਉਚੇਚੇ ਗਦੇਲੇ ਲਾ ਕੇ ਨਾ ਬੈਠਣ ਦੇਣਾ। ਕਿ ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਪ੍ਰੋਫੈਸਰ ਜਿਹੜੇ ਆਪਣਾ ਬਾਬਾ ਖੇਮ ਸਿੰਘ ਬੇਦੀ ਜੀ ਸਨ, ਇਹਨਾਂ ਨੂੰ ਮਨਾ ਕਰਤਾ। ਇਹਨਾਂ ਦਾ ਗਦੇਲਾ ਚੁੱਕ ਕੇ ਗਿਆਨੀ ਦੇਸ ਸਿੰਘ ਜੀ ਨੇ, ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਇਹਨੂੰ ਬਾਹਰ ਸੁੱਟ ਦਿੱਤਾ ਕਿ ਤੁਸੀਂ ਹੁਣ ਗੱਦਾ ਲਾ ਕੇ ਇੱਥੇ ਨਹੀਂ ਬੈਠੋਗੇ। ਤਾਂ ਇਹ ਵੀ ਉਹਨਾਂ ਦੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਅਗੇਂਸਟ ਦੋਸ਼ ਲਗਾ ਕੇ 1877 ਨੂੰ ਸਿੰਘ ਸਭਾ ਅੰਮ੍ਰਿਤਸਰ ਅਤੇ ਤਖਤਾਂ ਦੇ ਪੁਜਾਰੀਆਂ ਨੇ, ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ, ਬਾਬਾ ਖੇਮ ਸਿੰਘ ਬੇਦੀ ਔਰ ਉਹਨਾਂ ਦੇ ਸਾਥੀਆਂ ਨੇ, ਜਿਹੜੇ ਆਪਣੇ ਆਪ ਨੂੰ ਬਾਬਾ ਗੁਰੂ ਸਾਹਿਬ ਦੀ ਅੰਸ਼-ਵੰਸ਼ ਸਮਝਦੇ ਸਨ, ਉਹ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਕੱਢ ਦਿੱਤਾ। ਇਸ ਦੇ ਬਾਵਜੂਦ ਵੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਥਾਂ-ਥਾਂ ਜਾ ਕੇ ਆਪਣੇ ਗੁਰਮਤਿ ਵਿਖਿਆਨਾਂ ਰਾਹੀਂ, ਆਪਣੀ ਲਿਖਤਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਿਆ। ਮੈਂ ਤੇ ਇਹ ਗੱਲ ਕਰਨਾ ਚਾਹਨਾ ਕਿ ਅੱਜ ਵੀ ਸਾਡੇ ਜਿਹੜੇ ਸੁਪਰੀਮ ਪਾਵਰ ਹੈ, ਉੱਥੋਂ ਹੁਣ ਵੀ ਐਸੇ ਹੁਕਮਨਾਮੇ ਜਾਰੀ ਹੋ ਰਹੇ ਹਨ ਕਿ ਜਿੱਥੇ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ, ਉਹਨਾਂ ਨੂੰ ਪੰਥ ਵਿੱਚ ਹੀ ਛੇਕ ਦਿਓ। ਜਾਇਜ਼ ਦੇ ਕਿ ਉਹਨਾਂ ਨੂੰ ਆਪਣੇ ਨਾਲ ਬਿਠਾ ਕੇ ਜਿਹੜਾ ਡਿਫਰੈਂਸ ਆਫ ਓਪੀਨੀਅਨ ਨੂੰ ਦੂਰ ਕੀਤਾ ਜਾਏ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਤੁਸੀਂ ਆਪਸ ਵਿੱਚ ਆਪੇ ਵਿਚਾਰ ਵਟਾਂਦਰਾ ਕਰੋ, ਔਰ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਕਿ ਜੇਕਰ ਸਾਨੂੰ ਕੋਈ ਉਹਦੇ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਫਾ ਵਿਛਾਈ। ਕਿ ਸਫਾ ਵਿਛਾ ਕਰਕੇ ਬੈਠ ਕਰਕੇ ਦੋਨੋਂ ਜਿਹੜੇ ਵਿਚਾਰ ਅਲੱਗ-ਅਲੱਗ ਹਨ ਉਹਨਾਂ ਨੂੰ ਸੋਲਵ ਕੀਤਾ ਜਾਏ। ਤੋ ਇਹਨਾਂ ਦਾ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਇਸ ਹੁਕਮਨਾਮੇ ਦਾ ਕੋਈ ਜ਼ਿਆਦਾ ਜਿਹੜਾ ਹੈ ਉਹ ਨਹੀਂ ਲਿਆ। ਹੁਣ ਵੀ ਐਸਾ ਹੈ ਕਿ ਜਿਨ੍ਹਾਂ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ ਗਏ ਹਨ ਪਿਛਲੇ ਕੁਝ ਦਹਾਕਿਆਂ 'ਚ, ਉਹ ਸਾਰੇ ਗੁਰਮਤਿ ਪ੍ਰਚਾਰ ਵਿੱਚ ਉਹਨਾਂ ਨੇ ਛੱਡਿਆ ਨਹੀਂ ਹੈ, ਸਗੋਂ ਹੋਰ ਤਨਦੇਹੀ ਦੇ ਨਾਲ ਜ਼ਿਆਦਾ ਜਿਹੜੀ ਹੈ ਐਫਰਟ ਕਰਕੇ ਉਹ ਗੁਰਮਤਿ ਦਾ ਪ੍ਰਚਾਰ ਜਿਹੜਾ ਹੈ ਉਹ ਜਾਰੀ ਰੱਖ ਰਹੇ ਹਨ। ਆਪ ਜੀ ਦੇ ਪ੍ਰਚਾਰ ਦੇ ਸਦਕਾ ਹੀ ਨਿਰੰਕਾਰੀਆਂ ਅਤੇ ਨਾਮਧਾਰੀਆਂ ਦੇ ਦੇਹਧਾਰੀਆਂ ਦੇ ਝੂਠੇ ਦਾਅਵਿਆਂ ਨੂੰ ਸਿੰਘ ਸਭਾ ਲਾਹੌਰ ਨੇ ਮੂਲੋਂ ਹੀ ਰੱਦ ਕਰ ਦਿੱਤਾ ਅਤੇ ਸਿੱਖ ਕੌਮ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਸਥਾਪਿਤ ਕਰ ਦਿੱਤਾ। ਔਰ ਇਹ ਕਹਿਤਾ ਕਿ ਇਹ ਜਿਹੜੇ ਆਪਣੇ ਆਪ ਨੂੰ ਗੁਰੂਆਂ ਦੀ ਅੰਸ਼-ਵੰਸ਼ ਸਾਹਿਬਜ਼ਾਦੇ ਕਹਿੰਦੇ ਹਨ, ਇਹਨਾਂ ਦੀ ਪੂਜਾ ਕਰਨ ਦੀ ਕੋਈ ਲੋੜ ਨਹੀਂ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਔਰ ਦੀਦਾਰ ਖਾਲਸੇ ਦਾ, ਇਸ ਦਾ ਡਟ ਕੇ ਪ੍ਰਚਾਰ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਕੀਤਾ ਔਰ ਇਸ ਵਿੱਚ ਕਾਫੀ ਸਫਲਤਾ ਪ੍ਰਾਪਤ ਕੀਤੀ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀਆਂ ਕੋਸ਼ਿਸ਼ਾਂ ਸਦਕਾ 1892 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ। ਮੈਂ ਬੇਨਤੀ ਕਰਾਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਦੇ ਬਾਰੇ ਸਾਡੇ ਮਾਨਯੋਗ ਵੀਰ ਹਰਜੀਤ ਸਿੰਘ ਜੀ ਨੇ ਅਲੱਗ ਲੈਕਚਰ ਦੇ ਅੰਦਰ ਇਸ ਬਾਰੇ ਵੀ ਆਪ ਜੀ ਨਾਲ ਸਾਂਝ ਕੀਤੀਆਂ ਹਨ ਵਿਚਾਰਾਂ। ਪ੍ਰੋਫੈਸਰ ਗੁਰਮੁਖ ਸਿੰਘ ਦੇ ਯਤਨ ਸਦਕਾ ਹੀ ਅੰਗਰੇਜ਼ ਅਫਸਰ ਮੈਕਸ ਆਰਥਰ ਮੈਕਾਲਫ ਨੇ ਡਿਸਟ੍ਰਿਕਟ ਜੱਜ ਦੀ ਪਦਵੀ ਤੋਂ ਅਸਤੀਫਾ ਦੇ ਕੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ, ਇੰਗਲਿਸ਼ ਟ੍ਰਾਂਸਲੇਸ਼ਨ ਕੀਤੀ। तो एक बड़ी अचीवमेंट सी कि प्रोफैसर गुरमुख सिंह जी ने इंप्रैस किया एक अंग्रेज अफसर नूं जिहड़ा कि डिस्ट्रिक्ट जज की पोस्ट के उपर सी कि तुसी इस पासे वाल आओ और गुरु ग्रंथ साहब की इंग्लिश में ट्रांसलेशन करो। प्रोफैसर गुरमुख सिंह जी के समुचे जीवन से झात मारदियां ये गल भली भांत सामने आउंदी है कि आप जी एक सच्चे सुच्चे दृढ़ विश्वासी ਅਤੇ ਪ੍ਰਭਾਵਸ਼ਾਲੀ ਗੁਰਮੁਖ ਵਿਅਕਤਿਤਵ ਦੇ ਮਾਲਕ ਸਨ। ਆਪ ਜੀ ਦੇ ਮਨ ਵਿੱਚ ਸਿੱਖੀ ਪ੍ਰਤੀ ਅਥਾਹ ਪ੍ਰੇਮ ਸੀ। ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਸ ਦੀ ਸੰਪੂਰਨ ਵਿਆਖਿਆ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਜੀਵਨ ਵਿੱਚੋਂ ਮਿਲ ਜਾਂਦੀ ਹੈ। ਐਸੇ ਮਹਾਨ ਸਿੱਖ ਚਿੰਤਕ ਦਾ ਚਲਾਣਾ ਉਸ ਸਮੇਂ ਹੋਇਆ ਜਿਸ ਸਮੇਂ ਆਪ ਜੀ ਸਤੰਬਰ 1898 ਨੂੰ ਰਾਣਾ ਸਾਹਿਬ ਬਹਾਦਰ ਧੌਲਪੁਰ ਪਾਸੋਂ ਖਾਲਸਾ ਅਖਬਾਰ ਅਤੇ ਹੋਰ ਪੰਥਕ ਕਾਰਜਾਂ ਲਈ ਸਹਾਇਤਾ ਲੈ ਕੇ ਵਾਪਸ ਆ ਰਹੇ ਸਨ। ਰਸਤੇ ਵਿੱਚ ਸਿਹਤ ਠੀਕ ਨਾ ਹੋਣ ਕਾਰਨ ਕੰਡਾ ਘਾਟ ਜ਼ਿਲ੍ਹਾ
ਸ਼ਿਮਲਾ ਵਿਖੇ ਰੁਕ ਗਏ। 23 ਸਤੰਬਰ ਦੀ 1898 ਦੀ ਰਾਤ ਦੇਰ ਰਾਤ ਗਈ ਤੱਕ ਲਿਖਤ ਪੜ੍ਹਨ ਦਾ ਕੰਮ ਨਿਪਟਾਉਣ ਉਪਰੰਤ ਐਸੇ ਨੀਂਦ ਵਿੱਚ ਵਿਰਾਜਮਾਨ ਹੋਏ ਕਿ ਮੁੜ ਨੀਂਦ ਵਿੱਚੋਂ ਉੱਠੇ ਹੀ ਨਹੀਂ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਅਕਾਲ ਚਲਾਣੇ ਸਮੇਂ ਅਖਬਾਰ ਦੇ ਅੰਦਰ ਇਹ ਸੱਚਾਈ ਪ੍ਰਗਟ ਹੋਈ। ਸ਼ੌਕ ਹੈ ਤੇਰੇ ਪਰ ਹੈ ਖਾਲਸਾ ਕੌਮ, ਸ਼ੌਕ ਹੈ ਮਤਲਬ ਸ਼ੌਕ ਨਹੀਂ ਸ਼ੋਕ ਹੈ, ਸੈਡ, ਉਸ ਦਾ ਜਿਉਂਦੇ ਵੇਲੇ ਕਦਰ ਨਾ ਕੀਤੀ। ਸ਼ੌਕ ਹੈ ਤੇਰੇ ਪਰ ਹੈ ਖਾਲਸਾ ਕੌਮ, ਜੋ ਤੈਂ ਉਸ ਦਾ ਜਿਉਂਦੇ ਵੇਲੇ ਕਦਰ ਨਾ ਕੀਤੀ। ਉਸ ਦੇ ਉਪਕਾਰਾਂ ਦੇ ਬਦਲੇ ਤੈਂ ਉਸ ਨੂੰ ਖਾਰਜਨਾਮਾ ਭਾਵ ਪੰਥ ਚੋਂ ਖਾਰਜ ਕਰ ਦਿੱਤਾ, ਇਸ ਦਾ ਸਰਟੀਫਿਕੇਟ ਦਿੱਤਾ, ਜਿਸ ਤੇ ਹੁਣ ਤੂੰ ਉਸ ਦੇ ਗੁਰਾਂ ਨੂੰ ਯਾਦ ਕਰੇਂਗੀ ਔਰ ਝੂਰੇਂਗੀ। ਅਨਕੋਟ। 100 ਸਾਲ ਬੀਤਣ ਤੋਂ ਬਾਅਦ ਕੌਮ ਨੇ ਥੋੜੀ ਜਿਹੀ ਹੋਸ਼ ਸੰਭਾਲੀ ਤੇ ਸਤੰਬਰ 1995 ਵਿੱਚ ਹੋਏ ਵਿਸ਼ਵ ਸੰਮੇਲਨ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਛੇਕਣ ਵਾਲਾ ਹੁਕਮਨਾਮਾ ਸਿੱਖ ਪੰਥ ਨੇ ਵਾਪਸ ਲਿਆ। ਆਓ ਐਸੇ ਨਿਤੜਕ ਸੱਚੇ ਜਰਨੈਲ ਪੰਥ ਦੇ ਹਿਤੈਸ਼ੀ ਪੜਿਆ ਬੁੱਝੀਏ ਸੋ ਪ੍ਰਵਾਨ ਦੇ ਪਰਵਾਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੇ ਅਧੂਰੇ ਪਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਮਰ ਕਸੇ ਕਰ ਲਈਏ। ਇਹ ਸੀ ਅੱਜ ਦੀ ਜੋ ਵਿਚਾਰ ਆਪ ਜੀ ਦੇ ਨਾਲ ਦਾਸ ਨੇ ਸਾਂਝੀ ਕੀਤੀ ਹੈ। ਤੋ ਆਸ ਹੈ ਕਿ ਉਹਨਾਂ ਦੇ ਜੀਵਨ ਤੋਂ ਅਸੀਂ ਵੱਧ ਚੜ੍ਹ ਕੇ ਪ੍ਰੇਰਨਾ ਲਾਂਗੇ ਔਰ ਜੋ ਅਧੂਰੇ ਕੰਮ ਉਹਨਾਂ ਨੇ ਪ੍ਰੋਫੈਸਰ ਸਾਹਿਬ ਜੀ ਨੇ ਜੋ ਆਰੰਭ ਕੀਤੇ ਸਨ, ਜੋ ਅਧੂਰੇ ਰਹਿ ਗਏ ਹਨ, ਉਹਨਾਂ ਨੂੰ ਅਸੀਂ ਪੂਰਾ ਕਰਨ ਵਾਸਤੇ ਜਿੱਥੇ ਸਿੱਖ ਮਿਸ਼ਨਰੀ ਕਾਲਜ ਵਚਨਬੰਧ ਹੈ, ਉੱਤੇ ਹੀ ਹੋਰ ਵੀ ਜਿਹੜੇ ਵੀਰ ਭੈਣ ਹਨ ਜਿਹੜੇ ਗੁਰਮਤਿ ਪ੍ਰਚਾਰ ਦੇ ਨਾਲ ਜੁੜਨਾ ਚਾਹੁੰਦੇ ਹਨ, ਉਹ ਜੁੜ ਕਰਕੇ ਇਸ ਪ੍ਰਚਾਰ ਦੇ ਕੰਮ ਵਿੱਚ ਆਪਣਾ ਯੋਗਦਾਨ ਪਾਈਏ। ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।